ਹੈਲੋ ਮਾਈ ਡੀਅਰ ਸਟੂਡੈਂਟਸ ਆਫ 10th ਕਲਾਸ। ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ NTSC ਦਾ ਐਗਜ਼ਾਮ 13 ਦਸੰਬਰ ਨੂੰ ਹੋਣ ਜਾ ਰਿਹਾ ਹੈ। ਅਸੀਂ ਤੁਹਾਨੂੰ NTSC ਦੀ ਤਿਆਰੀ ਕਰਵਾ ਰਹੇ ਹਾਂ। ਅੱਜ ਜਿਹੜੀ ਮੈਨੂੰ ਅਸਾਈਨਮੈਂਟ ਮਿਲੀ ਹੈ ਉਸ ਦਾ ਨਾਮ ਹੈ ਸਾਡੇ ਆਲੇ ਦੁਆਲੇ ਦੇ ਪਦਾਰਥ, ਜਿਸ ਨੂੰ ਅਸੀਂ ਇੰਗਲਿਸ਼ 'ਚ ਕਹਿੰਦੇ ਹਾਂ ਮੈਟਰ ਇਨ ਆਰ ਸਰਾਊਂਡਿੰਗਸ। ਸੋ ਅੱਜ ਆਪਾਂ ਇਸ ਅਸਾਈਨਮੈਂਟ ਦੀ ਦੁਹਰਾਈ ਕਰਾਂਗੇ। ਸਾਡਾ ਅੱਜ ਦਾ ਪਹਿਲਾ ਟੌਪਿਕ ਹੈ ਪਦਾਰਥਾਂ ਦਾ ਵਰਗੀਕਰਨ, ਕਲਾਸੀਫਿਕੇਸ਼ਨ ਆਫ ਮੈਟਰ। ਸੋ ਅਸੀਂ ਮੈਟਰ ਦੀ ਕਲਾਸੀਫਿਕੇਸ਼ਨ, ਪਦਾਰਥ ਦਾ ਵਰਗੀਕਰਨ ਦੋ ਚੀਜ਼ਾਂ ਦੇ ਆਧਾਰ 'ਤੇ ਕਰ ਸਕਦੇ ਹਾਂ, ਭੌਤਿਕ ਆਧਾਰ 'ਤੇ ਅਤੇ ਰਸਾਇਣਿਕ ਆਧਾਰ 'ਤੇ, ਔਨ ਦਾ ਬੇਸਿਸ ਆਫ ਫਿਜ਼ੀਕਲ, ਔਨ ਦਾ ਬੇਸਿਸ ਆਫ ਕੈਮੀਕਲ ਕਲਾਸੀਫਿਕੇਸ਼ਨ। ਸੋ ਅੱਜ ਪਹਿਲਾਂ ਕਰਾਂਗੇ ਭੌਤਿਕ ਆਧਾਰ 'ਤੇ ਪਦਾਰਥਾਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਠੋਸ ਯਾਨੀ ਕਿ ਸੋਲਿਡ, द्रव मतलब लिक्विड, गैस मतलब गैस। सो ठोस, द्रव ते गैस विच बेसिक डिफरेंस की हुंदा है वो अज आपां पढ़ांगे। ठोस की पहली प्रॉपर्टी हुंदी है, सॉलिड की पहली प्रॉपर्टी हुंदी है सॉलिड्स हैव डेफिनेट शेप। उन्हां दी अपनी एक आकार हुंदा है, उन्हां दी एक निश्चित शेप हुंदी है। सॉलिड्स हैव डेफिनेट वॉल्यूम, उन्हां दा अपना एक वॉल्यूम भी हुंदा है, उन्हां दा निश्चित आयतन भी हुंदा है। सॉलिड डू नॉट फ्लो, ठोस वह नहीं सकते। सॉलिड्स ਦੇ ਵਿੱਚ ਜਿਹੜੇ ਕਣ ਹੁੰਦੇ ਹਨ, ਪਾਰਟੀਕਲਸ ਹੁੰਦੇ ਹਨ, ਬਹੁਤ ਨੇੜੇ ਨੇੜੇ ਹੁੰਦੇ ਹਨ। ਸੋਲਿਡ ਆਰ ਇਨਕੰਪਰੈਸੀਬਲ, ਸੋਲਿਡ ਨਪੀੜਨਯੋਗ ਨਹੀਂ ਹੁੰਦੇ। ਇੱਦਾਂ ਜੇ ਆਪਾਂ द्रव ਦੀ ਗੱਲ ਕਰੀਏ, ਲਿਕੁਇਡਸ ਦੀ ਗੱਲ ਕਰੀਏ, ਲਿਕੁਇਡਸ ਡੂ ਨੋਟ ਹੈਵ ਡੈਫੀਨੇਟ ਸ਼ੇਪ, ਇਹਨਾਂ ਦਾ ਆਪਣਾ ਕੋਈ ਵੀ ਆਕਾਰ ਨਹੀਂ ਹੁੰਦਾ। ਉਦਾਹਰਨ ਦੇ ਤੌਰ 'ਤੇ ਅਸੀਂ द्रव ਦੀ ਐਗਜ਼ਾਮਪਲ ਲੈਂਦੇ ਹਾਂ, ਪਾਣੀ H2O। ਤਾਂ ਆਪਾਂ ਕਹਿੰਦੇ ਹਾਂ ਪਾਣੀ ਦੀ ਕੀ ਸ਼ੇਪ ਹੋਏਗੀ। ਹੁਣ ਪਾਣੀ ਨੂੰ ਜੇ ਅਸੀਂ ਗੋਲ ਕੰਟੇਨਰ 'ਚ ਪਾਵਾਂਗੇ ਉਸ ਦੀ ਸ਼ੇਪ ਗੋਲ ਹੋ ਜਾਵੇਗੀ। ਜੇਕਰ ਉਹਨੂੰ ਅਸੀਂ ਚੌਰਸ ਕੰਟੇਨਰ 'ਚ ਪਾਵਾਂਗੇ, ਸਕੇਅਰ ਸ਼ੇਪ ਦੇ ਕੰਟੇਨਰ 'ਚ ਪਾਵਾਂਗੇ, ਉਸ ਦੀ ਸ਼ੇਪ ਸਕੇਅਰ ਹੋ ਜਾਵੇਗੀ। ਇਸ ਦਾ ਮਤਲਬ ਉਸ ਦੀ ਕੋਈ ਡੈਫੀਨੇਟ ਸ਼ੇਪ ਨਹੀਂ ਹੁੰਦੀ। ਲਿਕੁਇਡਸ ਕੈਨ ਫਲੋ, ਲਿਕੁਇਡ ਵਹਿ ਸਕਦੇ ਹਨ। ਲਿਕੁਇਡ ਦੇ ਵਿੱਚ ਪਾਰਟੀਕਲਸ ਜਿਹੜੇ ਕਣ ਹੁੰਦੇ ਹਨ ਉਹ ਦੂਰ ਦੂਰ ਹੁੰਦੇ ਹਨ। ਲਿਕੁਇਡ ਆਰ ਲਿਟਲ ਕੰਪਰੈਸੀਬਲ, ਥੋੜ੍ਹੇ ਜਿਹੇ ਨਪੀੜਨਯੋਗ ਹੁੰਦੇ ਹਨ। ਜੇ ਗੈਸਾਂ ਦੀ ਗੱਲ ਕਰੀਏ, ਗੈਸਿਸ ਹੈਵ ਨਾਈਦਰ ਡੈਫੀਨੇਟ ਸ਼ੇਪ ਨੋਰ ਡੈਫੀਨੇਟ ਵੋਲੀਅਮ, ਨਾ ਹੀ ਗੈਸਾਂ ਦਾ ਕੋਈ ਨਿਸ਼ਚਿਤ ਆਕਾਰ ਹੁੰਦਾ ਹੈ, ਨਾ ਹੀ ਇਹਨਾਂ ਦਾ ਕੋਈ ਨਿਸ਼ਚਿਤ ਆਇਤਨ ਹੁੰਦਾ ਹੈ। ਗੈਸਿਸ ਵਹਿ ਸਕਦੇ ਹਨ, ਗੈਸਿਸ ਕੈਨ ਫਲੋ। ਗੈਸਿਸ ਆਰ ਵੈਰੀ ਮਚ ਕੰਪਰੈਸੀਬਲ। ਵਾਈ ਗੈਸਿਸ ਆਰ ਕੰਪਰੈਸੀਬਲ? ਇੱਕ ਜੈਂਟ ਸਾਡੇ ਕੁਐਸਚਨ ਆਉਂਦਾ ਹੈ ਕਿ ਸੋਲਿਡ ਕੰਪਰੈਸ ਕਿਉਂ ਨਹੀਂ ਹੋ ਸਕਦੇ, ਗੈਸਾਂ ਕੰਪਰੈਸ ਬਹੁਤ ਜ਼ਿਆਦੀਆਂ ਕਿਉਂ ਹੋ ਸਕਦੀਆਂ ਹਨ? ਉਸ ਦਾ ਜਵਾਬ ਬੱਚੇ ਇਹਦੇ ਵਿੱਚ ਦਿੱਤਾ ਹੋਇਆ ਹੈ, ਕਿਉਂਕਿ ਗੈਸਾਂ ਦੇ ਵਿੱਚ ਜਿਹੜੇ ਕਣ ਹੁੰਦੇ ਹਨ ਬਹੁਤ ਨੇੜੇ ਨੇੜੇ ਹੁੰਦੇ ਹਨ, ਉਹਨਾਂ ਵਿੱਚ ਕੋਈ ਸਪੇਸ ਹੀ ਨਹੀਂ ਹੁੰਦੀ ਬੱਚਿਓ, ਜਿਸ ਕਰਕੇ ਆਪਾਂ ਸੋਲਿਡ ਨੂੰ ਕੰਪਰੈਸ ਕਰ ਹੀ ਨਹੀਂ ਸਕਦੇ। ਬਟ ਜੇ ਆਪਾਂ ਗੱਲ ਕਰੀਏ ਗੈਸ ਦੀ, ਗੈਸ ਦੇ ਵਿੱਚ ਇੰਟਰਮੋਲੀਕੂਲਰ ਸਪੇਸ ਬਹੁਤ ਜ਼ਿਆਦਾ ਹੁੰਦੀ ਹੈ, ਉਹਦੇ ਵਿੱਚ ਜਿਹੜੇ ਕਣ ਹੁੰਦੇ ਹਨ ਬਹੁਤ ਦੂਰ ਦੂਰ ਹੁੰਦੇ ਹਨ, ਉਸ ਦੇ ਵਿੱਚ ਜਿਹੜੇ ਪਾਰਟੀਕਲਸ ਹੁੰਦੇ ਹਨ ਉਹ ਵੈਰੀ ਲੂਜ਼ਲੀ ਪੈਕਡ ਹੁੰਦੇ ਹਨ, ਜਿਸ ਕਰਕੇ ਉਹਨਾਂ ਨੂੰ ਜਦੋਂ ਆਪਾਂ ਕੰਪਰੈਸ ਕਰਦੇ ਹਾਂ ਤਾਂ ਕੰਪਰੈਸ ਹੋ ਜਾਂਦੇ ਹਨ, ਕਿਉਂਕਿ ਉਹਨਾਂ ਕੋਲ ਖਾਲੀ ਸਪੇਸ ਹੁੰਦੀ ਹੈ। ਅਸੀਂ ਕਹਿ ਸਕਦੇ ਹਾਂ ਗੈਸਿਸ ਆਰ ਹਾਈਲੀ ਕੰਪਰੈਸੀਬਲ ਬਟ ਸੋਲਿਡਸ ਆਰ ਨੋਟ ਕੰਪਰੈਸੀਬਲ। ਸੋਲਿਡ ਮਤਲਬ ਠੋਸ, ਲਿਕੁਇਡ ਮਤਲਬ द्रव, ਗੈਸ। ਹੋਰ ਆਪਾਂ ਗੱਲ ਕਰੀਏ, ਗੈਸਿਸ ਦੇ ਵਿੱਚ ਪਾਰਟੀਕਲਸ ਜਿਹੜੇ ਹੁੰਦੇ ਹਨ ਬਹੁਤ ਦੂਰ ਦੂਰ ਹੁੰਦੇ ਹਨ, ਇਸ ਕਰਕੇ ਉਹਨਾਂ ਵਿੱਚ ਕੋਈ ਵੀ ਫੋਰਸ ਆਫ ਅਟਰੈਕਸ਼ਨ ਨਹੀਂ ਹੁੰਦੀਆਂ। ਜੇ ਲਿਕੁਇਡ ਦੀ ਗੱਲ ਕਰੀਏ, ਲਿਕੁਇਡਸ ਦੇ ਵਿੱਚ ਪਾਰਟੀਕਲ ਥੋੜ੍ਹਾ ਜਿਹਾ ਨੇੜੇ ਹੁੰਦੇ ਹਨ, ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਵਿੱਚ ਕੁਛ ਨਾ ਕੁਛ ਫੋਰਸ ਆਫ ਅਟਰੈਕਸ਼ਨ ਹੁੰਦੀਆਂ ਹਨ। ਬਟ ਜੇ ਗੱਲ ਕਰੀਏ ਸੋਲਿਡ ਦੀ, ਉਹ ਪਾਰਟੀਕਲਸ ਤਾਂ ਬਹੁਤ ਨੇੜੇ ਨੇੜੇ ਹੁੰਦੇ ਹਨ। ਆਪਾਂ ਹੁਣੇ ਗੱਲ ਕੀਤੀ ਹੈ, ਉਸ ਦੇ ਵਿੱਚ ਕਣ ਬਹੁਤ ਨੇੜੇ ਹੁੰਦੇ ਹਨ, ਦੇ ਆਰ ਵੈਰੀ ਕਲੋਜ਼ਲੀ ਪੈਕਡ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਸੋਲਿਡ ਦੇ ਵਿੱਚ ਉਹਨਾਂ ਦੇ ਜਿਹੜੇ ਪਾਰਟੀਕਲਸ ਹੁੰਦੇ ਹਨ ਉਹਨਾਂ ਵਿੱਚ ਫੋਰਸ ਆਫ ਅਟਰੈਕਸ਼ਨ ਬਹੁਤ ਹੀ ਸਟਰੋਂਗ ਹੁੰਦੀਆਂ ਹਨ। ਸੋ ਸਾਨੂੰ ਹੁਣ ਪਤਾ ਲੱਗ ਗਿਆ ਹੈ ਕਿ ਠੋਸ, द्रव ਅਤੇ ਗੈਸ ਦੇ ਵਿੱਚ ਕੀ ਬੇਸਿਕ ਡਿਫਰੈਂਸ ਹੁੰਦੇ ਹਨ, ਉਹਨਾਂ ਦੀਆਂ ਕੀ ਖਾਸ ਵਿਸ਼ੇਸ਼ਤਾਵਾਂ ਹੁੰਦੀਆਂ ਹਨ, ਕੀ ਪ੍ਰੋਪਰਟੀਜ਼ ਹੁੰਦੀਆਂ ਹਨ। ਆਓ ਗੱਲ ਕਰੀਏ ਪਦਾਰਥ ਦੇ ਕਣਾਂ ਦੇ ਮੁੱਖ ਗੁਣਾਂ ਬਾਰੇ, ਕਰੈਕਟਰਿਸਟਿਕਸ ਆਫ ਪਾਰਟੀਕਲਸ ਆਫ ਮੈਟਰ। ਜੇ ਗੱਲ ਕਰੀਏ ਪਦਾਰਥ ਦੇ ਕਣਾਂ ਵਿੱਚ ਖਾਲੀ ਥਾਂ ਹੁੰਦੀ ਹੈ, ਪਾਰਟੀਕਲਸ ਆਫ ਮੈਟਰ ਹੈਵ ਸਪੇਸ ਬਿਟਵੀਨ ਦੈਮ। ਪਦਾਰਥ ਦੇ ਕਣ ਲਗਾਤਾਰ ਗਤੀਸ਼ੀਲ ਹੁੰਦੇ ਹਨ। ਬੇਟਾ ਜੀ ਜਿਹੜੇ ਪਦਾਰਥ ਦੇ ਕਣ ਹੁੰਦੇ ਆ ਨਾ ਉਹ ਕੰਟੀਨਿਊਅਸਲੀ ਮੂਵ ਕਰਦੇ ਰਹਿੰਦੇ ਆ, ਉਹਨਾਂ ਕੋਲ ਕਾਈਨੈਟਿਕ ਐਨਰਜੀ ਹੁੰਦੀ ਆ। ਜਿੱਦਾਂ ਜਿੱਦਾਂ ਅਸੀਂ ਟੈਂਪਰੇਚਰ ਵਧਾਉਂਦੇ ਹਾਂ, ਪਾਰਟੀਕਲ
ਤੇਜ਼ ਮੂਵ ਕਰਦੇ ਆ, ਕਿਉਂਕਿ ਉਹਨਾਂ ਦੀ ਕਿਨੈਟਿਕ એનર્ਜੀ ਵੱਧ ਜਾਂਦੀ ਆ। ਇਸੇ ਕਰਕੇ ਹੀ ਜਦੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਜਦੋਂ ਵੀ ਕੋਈ ਗਰਮ ਭੋਜਨ ਆਪਾਂ ਘਰੇ ਬਣਾਉਂਦੇ ਆ, ਉਹਦੀ ਮਹਿਕ ਜਿਹੜੀ ਸਾਨੂੰ ਦੂਰ ਤੱਕ ਮਤਲਬ ਸਾਨੂੰ ਮਹਿਸੂਸ ਹੁੰਦੀ ਹੈ। ਉਹ ਕਿਉਂ ਮਹਿਸੂਸ ਹੁੰਦੀ ਹੈ? ਕਿਉਂਕਿ ਕਣਾਂ ਦੀ ਗਤੀ ਵਧਣ ਨਾਲ ਵਿਸਰਨ ਵੀ ਤੇਜ਼ ਹੋ ਜਾਂਦਾ ਹੈ। ਵਿਸਰਨ ਮਤਲਬ ਡਿਫਿਊਜ਼ਨ। ਸੋ ਜਿੱਦਾਂ ਜਿੱਦਾਂ ਆਪਾਂ ਕਿਨੈਟਿਕ એનર્ਜੀ ਪਾਰਟੀਕਲ ਦੀ ਵਧੂਗੀ, ਉੱਦਾਂ ਉੱਦਾਂ ਹੀ ਰੇਟ ਆਫ ਡਿਫਿਊਜ਼ਨ ਆਫ ਪਾਰਟੀਕਲ ਵੀ ਵਧੂਗੀ। ਠੀਕ ਹੈ ਬੱਚਾ ਜੀ। ਸੋ ਨੈਕਸਟ ਟੌਪਿਕ ਸਾਡਾ ਹੈ ਪਾਣੀ ਦੀਆਂ 3 ਅਵਸਥਾਵਾਂ ਹੁੰਦੀਆਂ ਹਨ। ਜਿੱਦਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ, ਵਾਟਰ ਐਗਜ਼ਿਸਟ ਇਨ 3 ਸਟੇਟਸ ਆਫ ਮੈਟਰ ਐਜ਼ ਸੋਲਿਡ, ਆਈਸ ਦੇ ਰੂਪ ਵਿੱਚ ਸਾਨੂੰ ਪਾਣੀ ਨਜ਼ਰ ਆਉਂਦਾ ਹੈ। ਐਜ਼ ਲਿਕੁਇਡ, ਉਹ ਪਾਣੀ ਦੇ ਰੂਪ ਵਿੱਚ ਸਾਨੂੰ ਨਜ਼ਰ ਆਉਂਦਾ ਹੈ। ਅਤੇ ਜੇ ਐਜ਼ ਆ ਗੈਸ ਦੀ ਗੱਲ ਕਰੀਏ, ਸਾਨੂੰ ਸਟੀਮ ਦੇ ਰੂਪ ਵਿੱਚ ਸਾਨੂੰ ਨਜ਼ਰ ਆਉਂਦਾ ਹੈ, ਭਾਫ ਦੇ ਰੂਪ ਵਿੱਚ ਨਜ਼ਰ ਆਉਂਦਾ ਹੈ। ਸੋ ਜੇਕਰ ਕੁਐਸਚਨ ਆਉਂਦਾ ਹੈ ਅਵਸਥਾ ਵਿੱਚ ਪਰਿਵਰਤਨ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ, ਭਾਵ ਅਸੀਂ ਬਰਫ਼ ਤੋਂ ਪਾਣੀ ਕਿਸ ਤਰ੍ਹਾਂ ਬਣਾ ਸਕਦੇ ਹਾਂ, ਪਾਣੀ ਤੋਂ ਭਾਫ਼ ਕਿੱਦਾਂ ਬਣਾ ਸਕਦੇ ਹਾਂ, ਬਰਫ਼ ਤੋਂ ਡਾਇਰੈਕਟਲੀ ਭਾਫ਼ ਕਿੱਦਾਂ ਬਣਾ ਸਕਦੇ ਹਾਂ, ਮਤਲਬ ਕਿਸੇ ਵੀ ਪਦਾਰਥ ਦੀ ਅਵਸਥਾ ਵਿੱਚ ਪਰਿਵਰਤਨ ਕਰਨ ਲਈ ਸਾਨੂੰ ਕੀ ਕਰਨਾ ਪਵੇਗਾ। ਉਹਦੇ ਲਈ ਸਾਡੇ ਕੋਲ 2 ਤਰੀਕੇ ਹਨ। ਅਸੀਂ 2 ਤਰ੍ਹਾਂ ਨਾਲ ਕਿਸੇ ਵੀ ਪਦਾਰਥ ਦੀ ਅਵਸਥਾ ਵਿੱਚ ਪਰਿਵਰਤਨ ਕਰ ਸਕਦੇ ਹਾਂ। ਪਹਿਲਾ ਹੈ ਜੀ ਤਾਪਮਾਨ ਵਿੱਚ ਬਦਲਾਅ ਕਰਕੇ। ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਜਦੋਂ ਆਪਾਂ ਕਿਸੇ ਵੀ ਠੋਸ ਦਾ ਤਾਪਮਾਨ ਵਧਾਉਂਦੇ ਹਾਂ, ਠੋਸ ਮਤਲਬ ਸੋਲਿਡ, ਠੀਕ ਹੈ ਬੱਚਾ ਜੀ। ਠੋਸ ਦਾ ਮਤਲਬ ਹੁੰਦਾ ਹੈ ਸੋਲਿਡ। ਜਦੋਂ ਵੀ ਅਸੀਂ ਕਿਸੇ ਵੀ ਠੋਸ ਪਦਾਰਥ ਦਾ ਤਾਪਮਾਨ ਵਧਾਉਂਦੇ ਹਾਂ ਤਾਂ ਸਾਨੂੰ ਪਤਾ ਹੈ ਇਸ ਦੇ ਅੰਦਰ ਜਿਹੜੇ ਕਣ ਹੁੰਦੇ ਹਨ ਉਸ ਦੀ ਕਿਨੈਟਿਕ એનર્ਜੀ ਮਤਲਬ ਗਤਿਜ ਊਰਜਾ ਵੱਧ ਜਾਂਦੀ ਹੈ। ਗਤਿਜ ਊਰਜਾ ਜ਼ਿਆਦਾ ਵਧਣ ਨਾਲ ਕਣ ਆਪਣਾ ਸਥਾਨ ਛੱਡ ਕੇ ਸੁਤੰਤਰ ਹੋ ਜਾਂਦੇ ਹਨ ਅਤੇ ਦਰਵ ਵਿੱਚ ਬਦਲ ਜਾਂਦੇ ਹਨ। ਜਿਸ ਤਾਪਮਾਨ 'ਤੇ ਠੋਸ ਪਿਘਲਦਾ ਹੈ ਉਹ ਹੈ ਪਿਘਲਣ ਅੰਕ, ਬਰਫ਼ ਦਾ ਪਿਘਲਣ ਅੰਕ। ਜਿੱਦਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਬਰਫ਼ ਦਾ ਪਿਘਲਣ ਅੰਕ ਕਿੰਨਾ ਹੁੰਦਾ ਹੈ, 0 ਡਿਗਰੀ ਸੈਲਸੀਅਸ। ਜੇ ਆਪਾਂ ਕੈਲਵਿਨ 'ਚ ਗੱਲ ਕਰੀਏ 273.16 ਕੈਲਵਿਨ। ਇਸ ਪੈਰਾਗ੍ਰਾਫ ਦਾ ਬੇਟਾ ਜੀ ਮਤਲਬ ਕੀ ਹੈ? ਇਸ ਪੈਰਾਗ੍ਰਾਫ ਦਾ ਮਤਲਬ ਹੈ ਜਦੋਂ ਅਸੀਂ ਕਿਸੇ ਠੋਸ ਪਦਾਰਥ ਦਾ ਤਾਪਮਾਨ ਵਧਾਉਂਦੇ ਹਾਂ, ਜਦੋਂ ਕਿਸੇ ਠੋਸ ਪਦਾਰਥ ਨੂੰ ਗਰਮ ਕਰਦੇ ਹਾਂ ਤਾਂ ਕੀ ਹੁੰਦਾ ਹੈ, ਉਹ ਠੋਸ ਪਦਾਰਥ ਦਰਵ ਅਵਸਥਾ ਵਿੱਚ ਪਰਿਵਰਤਿਤ ਹੋ ਜਾਂਦਾ ਹੈ। ਸੋਲਿਡ ਚੇਂਜਿਸ ਇਨਟੂ ਲਿਕੁਇਡ। ਇਸ ਨੂੰ ਅਸੀਂ ਇੰਗਲਿਸ਼ 'ਚ ਕਹਿੰਦੇ ਹਾਂ ਮੈਲਟਿੰਗ ਪ੍ਰੋਸੈਸ। ਮੈਲਟ ਹੋ ਗਿਆ। ਜਦੋਂ ਆਪਾਂ ਫ੍ਰਿਜਰ ਵਿੱਚੋਂ ਬਰਫ਼ ਬਾਹਰ ਕੱਢਦੇ ਹਾਂ, ਸਾਨੂੰ ਪਤਾ ਹੈ ਫ੍ਰਿਜਰ ਵਿੱਚ ਟੈਂਪਰੇਚਰ ਕਿੰਨਾ ਹੈ, 0 ਡਿਗਰੀ ਸੈਲਸੀਅਸ। ਹੁਣ ਜਦੋਂ ਅਸੀਂ ਫ੍ਰਿਜਰ 'ਚੋਂ ਬਰਫ਼ ਬਾਹਰ ਕੱਢ ਲਈ, ਆਈਸ ਬਾਹਰ ਕੱਢ ਲਈ, ਉਹ ਰੂਮ ਟੈਂਪਰੇਚਰ 'ਤੇ ਆ ਗਈ, ਕਿਉਂਕਿ ਬਾਹਰ ਰੂਮ ਟੈਂਪਰੇਚਰ ਆ। ਰੂਮ ਟੈਂਪਰੇਚਰ ਮੰਨ ਲਓ ਕਿੰਨਾ ਹੈ ਅੱਜ, 20 ਡਿਗਰੀ ਸੈਲਸੀਅਸ। ਹੁਣ 20 ਡਿਗਰੀ ਸੈਲਸੀਅਸ ਉਹਨੂੰ ਤਾਪਮਾਨ ਮਿਲ ਗਿਆ ਤਾਂ ਕੀ ਹੋਣਾ, ਜਿਹੜੀ ਆਈਸ ਆ ਉਹ ਪਾਣੀ ਵਿੱਚ ਤਬਦੀਲ ਹੋ ਜਾਊਗੀ। ਠੀਕ ਹੈ ਜੀ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿਸੇ ਵੀ ਪਦਾਰਥ ਦੀ ਅਵਸਥਾ ਵਿੱਚ ਪਰਿਵਰਤਨ ਅਸੀਂ ਤਾਪਮਾਨ ਵਧਾ ਕੇ ਜਾਂ ਤਾਪਮਾਨ ਘਟਾ ਕੇ ਕਰ ਸਕਦੇ ਹਾਂ। ਠੀਕ ਹੈ ਬੱਚੇ। ਸੋ ਇਸ ਦੇ ਨਾਲ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਪੜ੍ਹਨ ਨੂੰ ਮਿਲਦਾ ਹੈ, ਬਰਫ਼ ਦੇ ਪਿਘਲਣ ਸਮੇਂ। ਜਿੱਦਾਂ ਕਿ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ, ਬਰਫ਼ ਦੇ ਪਿਘਲਣ ਸਮੇਂ ਤਾਪਮਾਨ ਉਦੋਂ ਤੱਕ ਨਹੀਂ ਵੱਧਦਾ ਜਦੋਂ ਤੱਕ ਪੂਰੀ ਬਰਫ਼ ਨਹੀਂ ਪਿਘਲਦੀ। ਬੱਚੇ ਇਸ ਤਾਪਮਾਨ ਨੂੰ ਪਿਘਲਣ ਗੁਪਤ ਤਾਪ ਕਹਿੰਦੇ ਹਾਂ। ਇਸ ਨੂੰ ਅਸੀਂ ਲੇਟੈਂਟ ਹੀਟ ਕਿਹਾ ਜਾਂਦਾ ਹੈ, ਲੇਟੈਂਟ ਹੀਟ ਆਫ ਫਿਊਜ਼ਨ। ਸੋ ਗੁਪਤ ਤਾਪ ਕਿਹਾ ਜਾਂਦਾ ਹੈ ਇਸ ਨੂੰ, ਪਿਘਲਣ ਦਾ ਗੁਪਤ ਤਾਪ। ਵਟ ਇਜ਼ ਲੇਟੈਂਟ ਹੀਟ ਆਫ ਫਿਊਜ਼ਨ? ਪਿਘਲਣ ਦਾ ਗੁਪਤ ਤਾਪ, ਤਾਪ ਊਰਜਾ ਦੀ ਮਾਤਰਾ ਜੋ ਕਿ 1 ਕਿਲੋਗ੍ਰਾਮ ਠੋਸ ਦਰਵ ਅਵਸਥਾ ਵਿੱਚ ਬਦਲਣ ਲਈ ਜ਼ਰੂਰੀ ਹੈ। ਜੇ ਸਾਡੇ ਕੋਲ 1 ਕਿਲੋਗ੍ਰਾਮ ਠੋਸ ਦਿੱਤਾ ਹੋਇਆ ਹੈ, ਉਸ ਨੂੰ ਅਸੀਂ ਦਰਵ ਅਵਸਥਾ ਵਿੱਚ ਬਦਲਣਾ ਹੈ, ਪਰਿਵਰਤਿਤ ਕਰਨਾ ਹੈ, ਸਾਨੂੰ ਉਸ ਨੂੰ ਗਰਮ ਕਰਨਾ ਪੜੇਗਾ, ਮਤਲਬ ਸਾਨੂੰ ਤਾਪ ਦੇਣਾ ਪਵੇਗਾ। ਸੋ ਅਸੀਂ ਕਿੰਨਾ ਤਾਪ ਦਿੱਤਾ ਉਹਨੂੰ, ਦ ਅਮਾਊਂਟ ਆਫ ਹੀਟ ਰਿਕੁਆਇਰਡ ਟੂ ਚੇਂਜ 1 ਕਿਲੋਗ੍ਰਾਮ ਆਫ ਸੋਲਿਡ ਟੂ ਲਿਕੁਇਡ ਸਟੇਟ। 1 ਕਿਲੋਗ੍ਰਾਮ ਠੋਸ ਨੂੰ ਲਿਕੁਇਡ ਵਿੱਚ ਬਦਲਣ ਲਈ ਜਿੰਨੀ ਤਾਪ ਦੀ ਜ਼ਰੂਰਤ ਪਈ ਉਸ ਨੂੰ ਕਿਹਾ ਜਾਂਦਾ ਹੈ ਗੁਪਤ ਤਾਪ, ਪਿਘਲਣ ਦਾ ਗੁਪਤ ਤਾਪ, ਲੇਟੈਂਟ ਹੀਟ ਆਫ ਫਿਊਜ਼ਨ। ਠੀਕ ਹੈ ਬੱਚਾ ਜੀ। ਜੇ ਆਪਾਂ ਗੱਲ ਕਰੀਏ ਦਰਵ ਤਾਪਮਾਨ ਵਿੱਚ ਵਾਧਾ,
ਤਾਂ ਫਿਰ ਕੀ ਹੋਊਗਾ, ਫਿਰ ਉਹ ਗੈਸ 'ਚ ਕਨਵਰਟ ਹੋ ਜਾਊਗੀ। ਮਤਲਬ ਜੇ ਅਸੀਂ ਠੋਸ ਨੂੰ ਤਾਪ ਦੇਵਾਂਗੇ, ਗਰਮ ਕਰਾਂਗੇ, ਦਰਵ ਅਵਸਥਾ ਵਿੱਚ ਪਰਿਵਰਤਿਤ ਹੋ ਜਾਵੇਗੀ। ਜਦੋਂ ਦਰਵ ਦੇ ਉੱਤੇ ਹੋਰ ਤਾਪ, ਉਹਨੂੰ ਤਾਪ ਹੋਰ ਦੇਵਾਂਗੇ ਤਾਂ ਦਰਵ ਕਿਸ 'ਚ ਪਰਿਵਰਤਿਤ ਹੋ ਜਾਵੇਗੀ, ਗੈਸ ਵਿੱਚ ਪਰਿਵਰਤਿਤ ਹੋ ਜਾਵੇਗੀ। ਠੀਕ ਹੈ ਜੀ। ਉਹ ਤਾਪਮਾਨ ਜਿਸ 'ਤੇ ਤਰਲ ਗੈਸ ਵਿੱਚ ਬਦਲਣਾ ਸ਼ੁਰੂ ਹੋ ਜਾਂਦਾ ਹੈ। ਦ ਟੈਂਪਰੇਚਰ ਐਟ ਵਿਚ ਲਿਕੁਇਡ ਬੋਇਲਸ ਟੂ ਫੋਰਮ ਵੇਪਰ ਇਜ਼ ਕਾਲਡ ਇਟਸ ਉਬਾਲ ਦਰਜਾ। ਉਹਨੂੰ ਕੀ ਕਿਹਾ ਜਾਂਦਾ ਹੈ, ਇਟਸ ਬੋਇਲਿੰਗ ਪੁਆਇੰਟ। ਜਿੱਦਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਪਾਣੀ ਦਾ ਉਬਾਲ ਦਰਜਾ ਕਿੰਨਾ ਹੈ, 100 ਡਿਗਰੀ ਸੈਲਸੀਅਸ। ਜੇ ਆਪਾਂ 100 ਡਿਗਰੀ ਸੈਲਸੀਅਸ ਨੂੰ ਕੈਲਵਿਨ ਵਿੱਚ ਚੇਂਜ ਕਰਨਾ ਹੈ ਤਾਂ ਉਹਦੇ ਵਿੱਚ ਕੀ ਜੋੜ ਕਰਾਂਗੇ, 273। ਸੋ ਕੀ ਬਣ ਜਾਊਗਾ, 373 ਕੈਲਵਿਨ। ਠੀਕ ਹੈ ਜੀ। ਵਾਸ਼ਪੀਕਰਨ ਦਾ ਗੁਪਤ ਤਾਪ, ਸੋ ਲੇਟੈਂਟ ਹੀਟ ਆਫ ਵੇਪਰਾਈਜੇਸ਼ਨ। ਸਿਮਿਲਰਲੀ ਜਿੱਦਾਂ ਆਪਾਂ ਗੱਲ ਕੀਤੀ ਸੀ ਕਿ ਬਰਫ਼ ਦੇ ਪਿਘਲਣ ਸਮੇਂ ਤਾਪਮਾਨ ਉਦੋਂ ਤੱਕ ਨਹੀਂ ਵੱਧਦਾ ਜਦੋਂ ਤੱਕ ਪੂਰੀ ਬਰਫ਼ ਨਹੀਂ ਪਿਘਲਦੀ, ਉਸੇ ਤਰ੍ਹਾਂ ਹੀ ਜਦੋਂ ਦਰਵ ਦੇ ਗੈਸ ਅਵਸਥਾ ਵਿੱਚ ਪਰਿਵਰਤਿਤ ਹੋਣ ਸਮੇਂ ਉਨੀ ਦੇਰ ਤੱਕ ਦਰਵ ਦਾ ਤਾਪਮਾਨ ਨਹੀਂ ਵੱਧਦਾ ਜਿੰਨੀ ਦੇਰ ਤੱਕ ਪੂਰੀ ਦਰਵ ਗੈਸ ਵਿੱਚ ਪਰਿਵਰਤਿਤ ਨਹੀਂ ਹੋ ਜਾਂਦੀ। ਇਸ ਨੂੰ ਅਸੀਂ ਕਹਿੰਦੇ ਹਾਂ ਗੁਪਤ ਤਾਪ, ਵਾਸ਼ਪੀਕਰਨ ਦਾ ਗੁਪਤ ਤਾਪ, ਲੇਟੈਂਟ ਹੀਟ ਆਫ ਵੇਪਰਾਈਜੇਸ਼ਨ। ਸੋ ਲੇਟੈਂਟ ਹੀਟ ਆਫ ਵੇਪਰਾਈਜੇਸ਼ਨ ਕੀ ਹੁੰਦੀ ਹੈ ਬੱਚਿਓ, 1 ਕਿਲੋਗ੍ਰਾਮ ਲਿਕੁਇਡ ਨੂੰ, 1 ਕਿਲੋਗ੍ਰਾਮ ਦਰਵ ਨੂੰ ਗੈਸ ਅਵਸਥਾ ਵਿੱਚ ਪਰਿਵਰਤਿਤ ਕਰਨ ਲਈ ਸਾਨੂੰ ਕਿੰਨਾ ਤਾਪ ਚਾਹੀਦਾ ਹੈ, ਉਸ ਨੂੰ ਕਿਹਾ ਜਾਂਦਾ ਹੈ ਵਾਸ਼ਪੀਕਰਨ ਦਾ ਗੁਪਤ ਤਾਪ। ਠੀਕ ਹੈ ਬੱਚਿਓ। ਸੋ ਇਸ ਪੇਜ ਵਿੱਚ ਅਸੀਂ ਕਹਿ ਸਕਦੇ ਹਾਂ ਪੇਪਰ ਵਿੱਚ ਕੁਐਸਚਨ ਬਹੁਤ ਇੰਪੋਰਟੈਂਟ ਕੁਐਸਚਨ ਬਣ ਕੇ ਆ ਸਕਦਾ ਹੈ ਕਿ ਪਾਣੀ ਦਾ ਉਬਾਲ ਦਰਜਾ ਕਿੰਨਾ ਹੁੰਦਾ ਹੈ। ਵਟ ਇਜ਼ ਦ ਬੋਇਲਿੰਗ ਪੁਆਇੰਟ ਆਫ ਵਾਟਰ, that is 373 Kelvin. What is the freezing point of water? What is the freezing point of ice? That is 0 degree Celsius. ਸੋ ਪਾਣੀ ਅਸੀਂ ਦੇਖਿਆ ਹੈ 3 ਸਟੇਟ ਵਿੱਚ ਐਗਜ਼ਿਸਟ ਕਰਦਾ ਹੈ, 3 ਅਵਸਥਾਵਾਂ ਹੁੰਦੀਆਂ ਹਨ, ਠੋਸ, ਦਰਵ ਅਤੇ ਗੈਸ। ਜੇਕਰ 25 ਡਿਗਰੀ ਸੈਲਸੀਅਸ ਹੈ ਉਦੋਂ ਪਾਣੀ ਦਰਵ ਹੁੰਦਾ ਹੈ। ਜੇਕਰ ਟੈਂਪਰੇਚਰ 0 ਡਿਗਰੀ ਸੈਲਸੀਅਸ ਹੈ ਉਦੋਂ ਪਾਣੀ ਠੋਸ ਅਵਸਥਾ ਵਿੱਚ ਹੁੰਦਾ ਹੈ, ਮਤਲਬ ਆਈਸ ਦੇ ਰੂਪ 'ਚ ਹੁੰਦਾ ਹੈ। ਜਦੋਂ 100 ਡਿਗਰੀ ਸੈਲਸੀਅਸ ਤਾਪਮਾਨ ਹੁੰਦਾ ਹੈ ਉਦੋਂ ਪਾਣੀ ਜਿਹੜਾ ਹੈ ਉਹ ਗੈਸ ਅਵਸਥਾ ਵਿੱਚ ਹੁੰਦਾ ਹੈ। ਅਸੀਂ ਦੇਖ ਸਕਦੇ ਹਾਂ ਕਿ ਠੋਸ ਨੂੰ ਦਰਵ ਵਿੱਚ ਪਰਿਵਰਤਿਤ ਕਰਨਾ ਕਿਹੜਾ ਪ੍ਰੋਸੈਸ ਹੁੰਦਾ ਹੈ, ਮੈਲਟਿੰਗ। ਦਰਵ ਤੋਂ ਗੈਸ ਵਿੱਚ ਪਰਿਵਰਤਿਤ ਹੋਣਾ ਕਿਹੜਾ ਪ੍ਰੋਸੈਸ ਹੁੰਦਾ ਹੈ, ਵੈਪੋਰੇਸ਼ਨ। ਇੱਦਾਂ ਹੀ ਜੇ ਠੋਸ ਨੂੰ ਤਾਪ ਦੇ ਕੇ ਡਾਇਰੈਕਟਲੀ ਆਪਾਂ ਗੈਸ ਅਵਸਥਾ ਵਿੱਚ ਪਰਿਵਰਤਿਤ ਕਰ ਦਈਏ ਤਾਂ ਉਸ ਨੂੰ ਕਿਹਾ ਜਾਂਦਾ ਹੈ ਜ਼ੋਰ ਉਡਾਉਣਾ, ਡੈਟ ਇਜ਼ ਸਬਲੀਮੇਸ਼ਨ। ਸੋ ਅਸੀਂ ਦੇਖ ਸਕਦੇ ਹਾਂ ਕਿ ਕਿਸੇ ਵੀ ਮੈਟਰ ਦੀ ਸਟੇਟ ਨੂੰ ਚੇਂਜ ਕਰਨ ਲਈ ਅਸੀਂ ਟੈਂਪਰੇਚਰ ਚੇਂਜ ਕਰਦੇ ਹਾਂ। ਇਹਦਾ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਕਿਸੇ ਵੀ ਪਦਾਰਥ ਦੀ ਅਵਸਥਾ ਨੂੰ ਪਰਿਵਰਤਨ ਕਰਨ ਲਈ ਤਾਪਮਾਨ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਹੁਣ ਅਸੀਂ ਕਰਾਂਗੇ ਦੂਸਰਾ ਫੈਕਟਰ ਸਾਡਾ ਦਬਾਅ ਵਿੱਚ ਪਰਿਵਰਤਨ ਕਰਕੇ ਵੀ ਅਸੀਂ ਕਿਸੇ ਪਦਾਰਥ ਦੀ ਅਵਸਥਾ ਵਿੱਚ ਪਰਿਵਰਤਨ ਕਰ ਸਕਦੇ ਹਾਂ। ਕਿਸੇ ਗੈਸ 'ਤੇ ਦਬਾਅ ਲਗਾਉਣ 'ਤੇ, ਤਾਪਮਾਨ ਘਟਾਉਣ 'ਤੇ ਵਿਚਲੇ ਕਣਾਂ ਦੀ ਦੂਰੀ ਘੱਟ ਜਾਂਦੀ ਹੈ। ਮਤਲਬ ਜੇਕਰ ਅਸੀਂ ਕਿਸੇ ਗੈਸ ਦੇ ਨੂੰ ਪ੍ਰੈਸ਼ਰ ਵਧਾਈਏ ਅਤੇ ਉਹਦਾ ਟੈਂਪਰੇਚਰ ਘਟਾ ਦਈਏ ਤਾਂ ਜਿਹੜੇ ਉਹਦੇ ਕਣ ਹੋਊਗੇ, ਪਾਰਟੀਕਲਸ ਹੋਊਗੇ, ਨੇੜੇ ਨੇੜੇ ਆ ਜਾਊਗੇ। ਉਹ ਕੀ ਬਣ ਜਾਊਗੇ, ਫਿਰ ਦਰਵ ਬਣ ਜਾਊਗੇ। ਠੀਕ ਹੈ ਜੀ। ਸੋ ਅਸੀਂ ਸਾਰਾ ਇਸ ਫਲੋ ਚਾਰਟ ਰਾਹੀਂ ਸਮਝ ਸਕਦੇ ਹਾਂ ਕਿ ਠੋਸ ਦਾ ਦਰਵ ਵਿੱਚ ਬਦਲਣਾ ਪਿਘਲਣ ਅਖਵਾਉਂਦਾ ਹੈ, ਦਰਵ ਦਾ ਗੈਸ ਵਿੱਚ ਬਦਲਣਾ ਵਾਸ਼ਪੀਕਰਨ ਅਖਵਾਉਂਦਾ ਹੈ, ਠੋਸ ਦਾ ਡਾਇਰੈਕਟਲੀ ਗੈਸ ਬਣਨਾ ਜਾਂ ਗੈਸ ਦਾ ਡਾਇਰੈਕਟਲੀ ਵਾਪਸ ਠੋਸ ਬਣਨਾ ਜ਼ੋਰ ਉਡਾਉਣਾ ਅਖਵਾਉਂਦਾ ਹੈ। ਜਿੱਦਾਂ ਕਿ ਤੁਸੀਂ ਦੇਖਿਆ ਹੈ ਕਿ ਜ਼ੋਰ ਉਡਾਉਣਾ ਦੀ ਪ੍ਰਕਿਰਿਆ ਕਿਹੜੇ ਇੱਦਾਂ ਦੇ ਕੈਮੀਕਲ ਹਨ ਜਿਨ੍ਹਾਂ ਨੂੰ ਆਪਾਂ ਡਾਇਰੈਕਟ ਸੋਲਿਡ ਤੋਂ ਡਾਇਰੈਕਟ ਗੈਸ ਵਿੱਚ ਬਦਲ ਸਕਦੇ ਹਾਂ। ਨੈਪਥਲਿਨ ਦੀ ਬੋਲ ਹੁੰਦੀ ਹੈ, ਕਪੂਰ, ਨੁਸ਼ਾਦਰ, ਇਹ ਸਾਰੇ ਉਹ ਵਾਲੇ ਐਗਜ਼ਾਮਪਲਸ ਹਨ। ਕੈਂਫਰ, ਅਮੋਨੀਅਮ ਕਲੋਰਾਈਡ, ਜਿਹੜੇ ਡਾਇਰੈਕਟ ਗਰਮ ਕਰਨ 'ਤੇ ਬਿਨਾਂ ਲਿਕੁਇਡ ਵਿੱਚ ਆਏ ਡਾਇਰੈਕਟ ਸੋਲਿਡ ਤੋਂ ਡਾਇਰੈਕਟਲੀ ਗੈਸ ਵਿੱਚ ਪਰਿਵਰਤਿਤ ਹੋ ਜਾਂਦੇ ਹਨ। ਵਾਸ਼ਪੀਕਰਨ ਸਥਾਈ ਕਿਰਿਆ ਜਿਸ ਵਿੱਚ ਦਰਵ ਵਾਸ਼ਪਾਂ ਵਿੱਚ ਬਦਲ ਜਾਂਦਾ ਹੈ ਉਹ ਵਾਸ਼ਪੀਕਰਨ ਅਖਵਾਉਂਦੀ ਹੈ, ਜਿਸ ਨੂੰ ਅਸੀਂ ਵੈਪੋਰੇਸ਼ਨ ਕਹਿੰਦੇ ਹਾਂ। ਹੁਣ ਵੈਪੋਰੇਸ਼ਨ ਕਿਹੜੇ ਫੈਕਟਰ 'ਤੇ ਡਿਪੈਂਡ ਕਰਦੀ ਹੈ? ਸਥਾਈ ਖੇਤਰਫਲ,
मतलब एक्सपोज सरफेस एरिया, जिन्ना ज़्यादा सरफेस एरिया होगा इवैपोरेशन उन्नी ज़्यादा होगी, जे सरफेस एरिया घट होगा इवैपोरेशन घट होगी। टैंपरेचर, टैंपरेचर से भी वाष्पीकरण सीधा अनुपाती है, मतलब जे आप तापमान ਵਧਾਵਾਂਗੇ तो वाष्पीकरण ਵਧੂਗਾ, तो तापमान घटावांगे तो वाष्पीकरण घटूगा। हवा की गति, उस हवा की गति से भी सीधा अनुपाती है वाष्पीकरण, मतलब जे असीं हवा की गति जे विंड स्पीड ਵਧਦੀ ਆ ਤਾਂ वाष्पीकरण ਵਧੂਗੀ, जे विंड स्पीड घटती ਆ ਤਾਂ वाष्पीकरण घटूगी। चौथा फैक्टर है, चौथा तत्त है हवा विच नमी। जे हवा विच नमी ज़्यादा होएगी तो वाष्पीकरण घट होएगा, जे हवा विच नमी घट होएगी तो वाष्पीकरण ज़्यादा होएगा। अगला जिहड़ा टॉपिक है बहुत ही इंटरस्टिंग है, तो सारिਆਂ ने देखा है ਜਦੋਂ ਆਪਾਂ ਆਪਣੇ हत्थ ਦੇ ਉੱਤੇ ਐਸੀਟੋਨ ਰੱਖਦੇ ਹਾਂ ਤਾਂ ਜਦੋਂ ਉਹ ਬਾਹਰੋਂ ਹੀਟ ਲੈ ਉਹ ਜਿਹੜਾ ਐਸੀਟੋਨ ਹੱਥ ਉੱਤੇ ਰੱਖਿਆ ਹੈ ਉਹ ਸਾਡੇ ਹੱਥ ਵਿੱਚੋਂ ਹੀਟ ਲੈ ਕੇ ਵੈਪੋਰੇਟ ਹੋ ਜਾਂਦਾ ਹੈ, ਸੋ ਸਾਨੂੰ ਠੰਡਕ ਮਹਿਸੂਸ ਹੁੰਦੀ ਹੈ। ਆਪਾਂ ਕੋਟਨ ਦੇ ਕੱਪੜੇ ਪਾਉਂਦੇ ਹਾਂ ਗਰਮੀਆਂ 'ਚ ਆਪਣੇ ਆਪ ਨੂੰ ਠੰਡਾ ਰੱਖਣ ਲਈ, ਕੰਫਰਟ ਜ਼ੋਨ 'ਚ ਰਹਿਣ ਲਈ, ਕਿਉਂਕਿ ਕੋਟਨ ਇਜ਼ ਅ ਗੁੱਡ ਐਬਜ਼ੋਰਬਰ ਆਫ ਵਾਟਰ, ਸੋ ਇਟ absorb the sweat from our body and expose it to air for evaporation of sweat। ਇਸ ਦਾ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਇਵੈਪੋਰੇਸ਼ਨ ਨਾਲ ਹਮੇਸ਼ਾ ਠੰਡਕ ਪੈਦਾ ਹੁੰਦੀ ਹੈ। ਇਵੈਪੋਰੇਸ਼ਨ ਕੌਜ਼ਿਜ਼ ਕੂਲਿੰਗ। ਸੋ ਹਾਲੇ ਤੱਕ ਅਸੀਂ ਬੱਚਿਓ ਪੜ੍ਹ ਲਿਆ ਹੈ ਪਦਾਰਥਾਂ ਦਾ ਵਰਗੀਕਰਨ ਔਨ ਦਾ ਬੇਸਿਸ ਆਫ ਫਿਜ਼ੀਕਲ ਕਲਾਸੀਫਿਕੇਸ਼ਨ ਆਫ ਮੈਟਰ। ਸੋ ਕਿਹੜੀਆਂ ਪਦਾਰਥ ਦੀਆਂ ਅਵਸਥਾਵਾਂ ਹੁੰਦੀਆਂ ਹਨ? ਠੋਸ, ਦਰਵ ਅਤੇ ਗੈਸ। ਦੋ ਅਵਸਥਾਵਾਂ ਬੱਚੇ ਹੋਰ ਹੁੰਦੀਆਂ ਹਨ ਜਿਸ ਨੂੰ ਅਸੀਂ ਪਲਾਜ਼ਮਾ, ਬੋਸ ਆਈਨਸਟਾਈਨ ਕੰਡਨਸੇਟ ਵੀ ਕਹਿੰਦੇ ਹਾਂ। ਇਸ ਤਰ੍ਹਾਂ ਹੀ ਹੁਣ ਅਸੀਂ ਕਰਾਂਗੇ ਵਟ ਆਰ ਦਾ ਕੈਮੀਕਲ ਕਲਾਸੀਫਿਕੇਸ਼ਨ ਆਫ, ਰਸਾਇਣਿਕ ਆਧਾਰ 'ਤੇ ਅਸੀਂ ਪਦਾਰਥਾਂ ਦਾ ਵਰਗੀਕਰਨ ਕਿਸ ਤਰ੍ਹਾਂ ਕਰ ਸਕਦੇ ਹਾਂ। ਰਸਾਇਣਿਕ ਆਧਾਰ 'ਤੇ ਪਦਾਰਥਾਂ ਨੂੰ ਦੋ ਭਾਗਾਂ ਵਿੱਚ, ਮੁੱਖ ਦੋ ਭਾਗਾਂ 'ਚ ਵੰਡਿਆ ਗਿਆ ਹੈ, ਸ਼ੁੱਧ ਪਦਾਰਥ ਅਤੇ ਮਿਸ਼ਰਣ। ਪਹਿਲਾਂ ਗੱਲ ਕਰਾਂਗੇ ਅਸੀਂ ਸ਼ੁੱਧ ਪਦਾਰਥ ਦੀ। ਸ਼ੁੱਧ ਪਦਾਰਥ ਅੱਗੋਂ ਦੋ ਭਾਗਾਂ 'ਚ ਵੰਡੇ ਗਏ ਹਨ, ਤੱਤ ਅਤੇ ਯੌਗਿਕ। ਤੱਤ ਕਿਹਨੂੰ ਕਿਹਾ ਗਿਆ ਹੈ? ਸੰਕੇਤ ਨੂੰ, ਸਿੰਬਲ ਨੂੰ, ਐਲੀਮੈਂਟ ਨੂੰ। ਯੌਗਿਕ ਕੀ ਹੁੰਦੇ ਹਨ? ਕੰਪਾਊਂਡ, ਜਿਨ੍ਹਾਂ ਵਿੱਚ ਆਪਾਂ ਸਿਰ ਅਨੁਪਾਤ ਦਾ ਨਿਯਮ ਲਾਗੂ ਹੁੰਦਾ ਹੈ। ਇਸ ਤਰ੍ਹਾਂ ਜੇ ਮਿਸ਼ਰਣ ਦੀ ਗੱਲ ਕਰੀਏ ਸਾਡੇ ਕੋਲ ਦੋ ਤਰ੍ਹਾਂ ਦੇ ਮਿਸ਼ਰਣ ਹੁੰਦੇ ਹਨ, ਹੋਮੋਜੀਨੀਅਸ ਸਮਅੰਗੀ ਅਤੇ ਹੈਟਰੋਜੀਨੀਅਸ ਜਿਹਨੂੰ ਅਸੀਂ ਬਿਖਮਅੰਗੀ ਕਹਿੰਦੇ ਹਾਂ। ਠੀਕ ਹੈ ਬੱਚੇ। ਸੋ ਸਾਡੇ ਕੋਲ ਕਈ ਨਿਖੇੜਨ ਦੀਆਂ ਵਿਧੀਆਂ ਹਨ, ਜਿਸ ਤਰ੍ਹਾਂ ਵਾਸ਼ਪੀਕਰਨ, ਕਸ਼ੀਦਨ, ਡਿਸਟੀਲੇਸ਼ਨ ਜਿਹਨੂੰ ਬੋਲਦੇ ਹਾਂ, ਕਰਮੈਟੋਗ੍ਰਾਫੀ, ਸੈਂਟਰੀਫਿਊਗੇਸ਼ਨ, ਅਪਕੇਂਦਰੀਕਰਨ, ਅੰਸ਼ਕ ਕਸ਼ੀਦਨ, ਤਲਛਟਨ ਅਤੇ ਨਿਤਾਤਰਤਾ, ਕ੍ਰਿਸਟਲਾਈਜੇਸ਼ਨ, ਸੈਡੀਮੈਂਟੇਸ਼ਨ ਐਂਡ ਡਿਕੈਂਟੇਸ਼ਨ, ਮੈਗਨੈਟਿਕ ਸੈਪਰੇਸ਼ਨ, ਵਿਨੋਇੰਗ, ਜ਼ੋਰ ਉਡਾਉਣਾ, ਫਿਲਟਰ ਕਰਨਾ। ਇਸ ਤਰ੍ਹਾਂ ਦੀ ਸਾਡੇ ਕੋਲ ਕਈ ਤਰ੍ਹਾਂ ਦੀਆਂ ਨਿਖੇੜਨ ਦੀਆਂ ਵਿਧੀਆਂ ਹਨ। ਇਸ ਤਰ੍ਹਾਂ ਮਿਸ਼ਰਣ ਸਾਡੇ ਕੋਲ ਦੋ ਤਰ੍ਹਾਂ ਦੇ ਹੁੰਦੇ ਹਨ, ਸਮਅੰਗੀ ਹੋਮੋਜੀਨੀਅਸ ਮਿਕਸਚਰ ਅਤੇ ਬਿਖਮਅੰਗੀ ਹੈਟਰੋਜੀਨੀਅਸ ਮਿਕਸਚਰ। ਪੇਪਰ 'ਚ ਕੁਐਸਚਨ ਆ ਸਕਦਾ ਹੈ ਕਿ ਇਹਨਾਂ ਵਿੱਚੋਂ ਕਿਹੜੀ ਵਿਧੀ ਨਿਖੇੜਨ ਦੀ ਵਿਧੀ ਹੈ। ਸਾਨੂੰ ਸਾਰਿਆਂ ਦੇ ਨਾਮ ਯਾਦ ਕਰਨੇ ਪਊਗੇ ਕਿ ਕਿਹੜੀਆਂ ਸਾਡੇ ਕੋਲ ਨਿਖੇੜਨ ਦੀਆਂ ਵਿਧੀਆਂ ਹਨ। ਹੁਣੇ ਅਸੀਂ ਪੜ੍ਹੇ ਹੈ ਮੈਥਡਸ ਆਫ ਸੈਪਰੇਸ਼ਨ, ਨਿਖੇੜਨ ਦੀਆਂ ਵਿਧੀਆਂ। ਉਸ ਨੂੰ ਅਸੀਂ ਡਿਟੇਲ ਵਿੱਚ ਸਮਝਾਂਗੇ। ਉਹ ਸਮਝਣ ਤੋਂ ਪਹਿਲਾਂ ਸਾਨੂੰ ਸਮਝਣਾ ਪਵੇਗਾ, ਜਿੱਦਾਂ ਕਿ ਤੁਸੀਂ ਸਕਰੀਨ 'ਤੇ ਬੱਚੋ ਦੇਖ ਸਕਦੇ ਹੋ, ਘੋਲ ਕੀ ਹੁੰਦਾ ਹੈ, ਸਲਿਊਸ਼ਨ ਕੀ ਹੁੰਦਾ ਹੈ। ਸਲਿਊਟ ਅਤੇ ਸੋਲਵੈਂਟ ਦਾ ਮਿਸ਼ਰਣ, ਸਲਿਊਟ ਅਤੇ ਸੋਲਵੈਂਟ ਦਾ ਮਿਸ਼ਰਣ। ਜਦੋਂ ਆਪਾਂ ਨਮਕ ਨੂੰ ਪਾਣੀ ਵਿੱਚ ਘੋਲਦੇ ਹਾਂ, ਨਮਕ ਕੀ ਅਖਵਾਉਂਦਾ ਹੈ? ਘੁਲਿਤ ਪਦਾਰਥ, ਜਿਸ ਨੂੰ ਅਸੀਂ ਕੀ ਕਹਿੰਦੇ ਹਾਂ? ਸਲਿਊਟ। ਪਾਣੀ ਕੀ ਅਖਵਾਉਂਦਾ ਹੈ? ਸੋਲਵੈਂਟ, ਜਿਸ ਨੂੰ ਅਸੀਂ ਕੀ ਕਹਿੰਦੇ ਹਾਂ? ਘੋਲਕ। ਇਹਦਾ ਮਤਲਬ ਘੋਲ ਕੀ ਹੁੰਦਾ ਹੈ? ਸਲਿਊਟ ਅਤੇ ਸੋਲਵੈਂਟ ਦਾ ਮਿਸ਼ਰਣ। ਅਸੀਂ ਕਹਿ ਸਕਦੇ ਹਾਂ ਜਿਹੜੀ ਚੀਜ਼ ਅਸੀਂ ਘੋਲਦੇ ਹਾਂ ਉਹ ਘੁਲਿਤ ਪਦਾਰਥ ਅਖਵਾਉਂਦੀ ਹੈ, ਜਿਹਦੇ ਵਿੱਚ ਘੋਲਦੇ ਹਾਂ ਉਹ ਘੋਲਕ ਅਖਵਾਉਂਦਾ ਹੈ, ਜਿਸ ਨੂੰ ਅਸੀਂ ਦੋਨਾਂ ਦੇ ਮਿਸ਼ਰਣ ਨੂੰ ਅਸੀਂ ਕੀ ਕਹਿੰਦੇ ਹਾਂ? ਘੋਲ। ਘੋਲ ਦੀਆਂ ਸਾਡੇ ਕੋਲ ਕਿਸਮਾਂ ਦਿੱਤੀਆਂ ਹੋਈਆਂ ਹਨ। ਤਿੰਨ ਤਰ੍ਹਾਂ ਦੇ ਘੋਲ ਅੱਜ ਸਟੱਡੀ ਕਰਾਂਗੇ ਅਸੀਂ। ਸਧਾਰਨ ਘੋਲ, ਜਿਸ ਨੂੰ ਅਸੀਂ ਟਰੂ ਸੋਲਿਊਸ਼ਨ ਬੋਲਦੇ ਹਾਂ, ਕੋਲੋਇਡਲ ਸੋਲਿਊਸ਼ਨ ਬੋਲਦੇ ਹਾਂ, ਨਿਲੰਬਨ, ਜਿਸ ਨੂੰ ਅਸੀਂ ਸਸਪੈਂਸ਼ਨ ਬੋਲਦੇ ਹਾਂ। ਬੱਚਿਓ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਿਸ ਵਿੱਚ ਘੁਲਿਤ ਪਦਾਰਥ ਦਾ ਆਕਾਰ ਬਹੁਤ ਹੀ ਛੋਟਾ ਹੁੰਦਾ ਹੈ, ਭਾਵ 1 ਨੈਨੋਮੀਟਰ ਤੋਂ ਛੋਟਾ। ਨੈਨੋਮੀਟਰ ਮਤਲਬ 10⁻⁻⁹ ਮੀਟਰ। ਜਿਸ ਘੋਲ ਵਿੱਚ ਘੁਲਿਤ ਪਦਾਰਥ ਦਾ ਆਕਾਰ 1 ਨੈਨੋਮੀਟਰ ਤੋਂ ਛੋਟਾ ਹੋਵੇਗਾ ਉਹ ਵਾਲਾ ਘੋਲ ਸਧਾਰਨ ਘੋਲ ਅਖਵਾਏਗਾ। ਜਿਸ ਘੋਲ ਦੇ ਵਿੱਚ ਘੁਲਿਤ ਪਦਾਰਥ ਦਾ ਆਕਾਰ 1 ਨੈਨੋਮੀਟਰ ਤੋਂ ਲੈ ਕੇ 100 ਨੈਨੋਮੀਟਰ ਤੱਕ ਹੋਵੇਗਾ ਉਹ ਕਹਿਲਾਏਗਾ ਕੋਲੋਇਡਲ ਸੋਲਿਊਸ਼ਨ। ਅਤੇ ਜਿਸ ਵਿੱਚ ਘੁਲਿਤ ਪਦਾਰਥ ਦਾ ਆਕਾਰ 100 ਨੈਨੋਮੀਟਰ ਤੋਂ ਜ਼ਿਆਦਾ ਹੋਏਗਾ, ਮਤਲਬ ਜਿਸ ਵਿੱਚ ਘੁਲਿਤ ਪਦਾਰਥ ਬਹੁਤ ਵੱਡੇ ਹੁੰਦੇ ਹਨ, ਉਸ ਨੂੰ ਕਹਿੰਦੇ ਹਾਂ ਅਸੀਂ ਨਿਲੰਬਨ, ਜਿਸ ਨੂੰ ਅਸੀਂ ਇੰਗਲਿਸ਼ ਕਹਿੰਦੇ ਹਾਂ ਸਸਪੈਂਸ਼ਨ।
ਸੋ ਕਿਉਂਕਿ ਇਹਨਾਂ ਵਿੱਚ ਪਾਰਟੀਕਲ ਦਾ ਸਾਈਜ਼ ਬਹੁਤ ਛੋਟਾ ਹੈ, ਇਸ ਨੂੰ ਨੰਗੀ ਅੱਖਾਂ ਨਾਲ ਦੇਖਿਆ ਨਹੀਂ ਜਾ ਸਕਦਾ। ਕੋਲੋਇਡ ਵਿੱਚ ਪਾਰਟੀਕਲ ਦਾ ਸਾਈਜ਼ ਜਿਹੜਾ ਹੈ ਥੋੜ੍ਹਾ ਜਿਹਾ ਵੱਡਾ ਹੈ ਸਲਿਊਟ ਪਾਰਟੀਕਲ ਦਾ, ਬਟ ਇਹਨੂੰ ਅਸੀਂ ਨੰਗੀਆਂ ਅੱਖਾਂ ਨਾਲ ਨਹੀਂ ਦੇਖ ਸਕਦੇ, ਮਾਈਕਰੋਸਕੋਪ ਨਾਲ ਦੇਖ ਸਕਦੇ ਹਾਂ। ਨਿਲੰਬਨ ਵਿੱਚ ਘੁਲਿਤ ਪਦਾਰਥ ਦਾ ਆਕਾਰ ਜਿਹੜਾ ਸਲਿਊਟ ਦਾ ਆਕਾਰ ਬਹੁਤ ਹੀ ਵੱਡਾ ਹੁੰਦਾ ਹੈ, ਜਿਸ ਕਰਕੇ ਉਸ ਨੂੰ ਨੰਗੀਆਂ ਅੱਖਾਂ ਨਾਲ ਦੇਖਿਆ ਜਾ ਸਕਦਾ ਹੈ। ਜੇ ਗੱਲ ਕਰੀਏ ਤੀਸਰੇ ਪੁਆਇੰਟ ਦੀ, ਫਿਲਟਰੀਕਰਨ ਦੀ ਵਰਤੋਂ ਨਾਲ ਕਣਾਂ ਨੂੰ ਵੱਖ ਨਹੀਂ ਕਰ ਸਕਦੇ, ਕਿਉਂਕਿ ਕਣਾਂ ਦਾ ਸਾਈਜ਼ ਬਹੁਤ ਛੋਟਾ ਹੁੰਦਾ ਹੈ, ਇਹਨਾਂ ਦਾ ਸਾਈਜ਼ ਬੜਾ ਛੋਟਾ ਹੁੰਦਾ ਹੈ। ਇਹਨਾਂ ਨੂੰ ਅਸੀਂ ਕਰ ਸਕਦੇ ਹਾਂ ਕਿਉਂਕਿ ਇਹਨਾਂ ਦਾ ਕਣਾਂ ਦਾ ਸਾਈਜ਼ ਵੱਡਾ ਹੁੰਦਾ ਹੈ। ਇਹਦੀ ਉਦਾਹਰਣ ਕੀ ਹੈ ਸਾਡੇ ਕੋਲ, ਪਾਣੀ ਅਤੇ ਰੇਤ ਦਾ ਮਿਸ਼ਰਣ। ਜਦੋਂ ਰੇਤਾਂ ਨੂੰ ਪਾਣੀ ਵਿੱਚ ਮਿਲਾਉਂਦੇ ਹਾਂ ਸਾਨੂੰ ਰੇਤਾਂ ਦੇ ਪਾਰਟੀਕਲ ਦਿਖਦੇ ਹਨ ਤੈਰਦੇ ਉਹਦੇ ਵਿੱਚ। ਕੋਲਾਈਡਲ ਦੀ ਉਦਾਹਰਣ ਕੀ ਹੈ, ਦੁੱਧ। ਅਤੇ ਸਧਾਰਨ ਘੋਲ ਦੀ ਉਦਾਹਰਣ ਸਾਡੇ ਕੋਲ ਕੀ ਹੈ, ਪਾਣੀ ਅਤੇ ਚੀਨੀ ਦਾ ਘੋਲ। ਜੇ ਅਸੀਂ ਗੱਲ ਕਰੀਏ ਸਧਾਰਨ ਘੋਲ ਦੀ, ਉਹ ਪਾਰਦਰਸ਼ੀ ਹੁੰਦੇ ਹਨ, ਜਿਹੜੇ ਕੋਲੋਇਡ ਹੈ ਉਹ ਥੋੜ੍ਹੇ ਪਾਰਦਰਸ਼ੀ ਮਤਲਬ ਅਲੱਗ ਪਾਰਦਰਸ਼ੀ ਹੁੰਦੇ ਹਨ, ਜਿਹੜੇ ਨਿਲੰਬਨ ਹਨ ਅਪਾਰਦਰਸ਼ੀ ਹੁੰਦੇ ਹਨ। ਓਕੇ, ਸੋ ਜੇ ਆਪਾਂ ਗੱਲ ਕਰੀਏ ਘੋਲ ਦੀ ਸੰਘਣਤਾ ਬਾਰੇ, ਘੋਲ ਦੀ ਸੰਘਣਤਾ ਕਿਸ ਤਰ੍ਹਾਂ ਕੱਢਦੇ ਹਾਂ। ਘੋਲ ਦੀ ਸੰਘਣਤਾ ਕੱਢਣ ਦਾ ਸਾਡੇ ਕੋਲ ਫਾਰਮੂਲਾ ਕੀ ਹੁੰਦਾ ਹੈ, ਦੋ ਫਾਰਮੂਲੇ ਹੁੰਦੇ ਹਨ, ਮਾਸ ਬਾਏ ਮਾਸ ਪੁੰਜ ਅਤੇ ਘੋਲ ਦੇ ਪੁੰਜ ਪ੍ਰਤੀਸ਼ਤ, ਦੂਸਰਾ ਮਾਸ ਬਾਏ ਵੋਲੀਊਮ ਪਰਸੈਂਟੇਜ ਪੁੰਜ ਅਤੇ ਘੋਲ ਦੇ ਆਇਤਨ ਪ੍ਰਤੀਸ਼ਤ। ਕਿੱਦਾਂ ਕੱਢਦੇ ਹਾਂ, ਘੁਲਿਤ ਪਦਾਰਥ ਦਾ ਪੁੰਜ ਡਿਵਾਈਡ ਬਾਏ ਘੋਲ ਦਾ ਪੁੰਜ ਗੁਣਾ 100। ਇੱਦਾਂ ਹੀ ਘੁਲਿਤ ਪਦਾਰਥ ਦਾ ਪੁੰਜ ਡਿਵਾਈਡ ਬਾਏ ਘੋਲ ਦਾ ਆਇਤਨ ਗੁਣਾ 100। ਮਿਸਾਲ ਦੇ ਤੌਰ 'ਤੇ ਜੇ ਆਪਾਂ ਉਦਾਹਰਨ ਲਈਏ, ਮੰਨ ਲਓ 2 ਗ੍ਰਾਮ ਸ਼ੂਗਰ ਨੂੰ 100 ਗ੍ਰਾਮ ਘੋਲ ਦੇ ਵਿੱਚ ਘੋਲਿਆ, 100 ਗ੍ਰਾਮ ਘੋਲ ਦੇ ਵਿੱਚ ਘੋਲਿਆ, ਤਾਂ ਬੱਚਿਓ ਉਹਦੀ ਸੰਘਣਤਾ ਘੋਲ ਦੀ ਕਿੰਨੀ ਆਈ। ਸੋ ਆਪਾਂ ਕਿੱਦਾਂ ਕੱਢ ਸਕਦੇ ਹਾਂ, 2/100 ਗੁਣਾ 100, 100 ਕੱਟੇ ਗਏ, ਆਪਣਾ ਉੱਤਰ ਆ ਗਿਆ 2%। ਇਸ ਨੂੰ ਬੋਲਦੇ ਹਾਂ ਘੋਲ ਦੀ ਸੰਘਣਤਾ ਮਾਸ ਬਾਏ ਮਾਸ ਪਰਸੈਂਟੇਜ। ਜੇ ਆਪਾਂ ਗੱਲ ਕਰੀਏ ਮਾਸ ਬਾਏ ਵੋਲੀਅਮ ਪਰਸੈਂਟੇਜ, 2 ਗ੍ਰਾਮ ਸ਼ੂਗਰ ਨੂੰ ਅਸੀਂ 100 ml ਸਲਿਊਸ਼ਨ ਦੇ ਵਿੱਚ ਘੋਲਿਆ, ਤਾਂ ਜਿਹੜੀ ਇਹਦੀ ਕੰਸਨਟ੍ਰੇਸ਼ਨ ਆ, ਸੰਘਣਤਾ ਵਾ, ਉਹਦਾ ਫਾਰਮੂਲਾ ਕੀ ਆਊਗਾ, 2/100 ਗੁਣਾ 100, ਉੱਤਰ ਕੀ ਆ ਗਿਆ 2%। ਫਿਰ ਆਨਸਰ ਉਹੀ ਆਇਆ। ਇਸ ਦਾ ਮਤਲਬ ਅਸੀਂ ਦੋ ਤਰੀਕੇ ਨਾਲ ਕਿਸੇ ਵੀ ਘੋਲ ਦੀ ਕੰਸਨਟ੍ਰੇਸ਼ਨ ਸੰਘਣਤਾ ਕੱਢ ਸਕਦੇ ਹਾਂ। ਉਹ ਕਿਹੜੇ ਦੋ ਫਾਰਮੂਲੇ ਹਨ, ਮਾਸ ਬਾਏ ਮਾਸ ਪਰਸੈਂਟੇਜ, ਦੂਸਰਾ ਹੈ ਮਾਸ ਬਾਏ ਵੋਲੀਅਮ ਪਰਸੈਂਟੇਜ। ਮਾਸ ਬਾਏ ਮਾਸ ਪਰਸੈਂਟੇਜ ਦਾ ਫਾਰਮੂਲਾ ਕੀ ਹੁੰਦਾ ਹੈ, ਮਾਸ ਆਫ ਸਲਿਊਟ ਡਿਵਾਈਡ ਬਾਏ ਮਾਸ ਆਫ ਸਲਿਊਸ਼ਨ ਇਨਟੂ 100, ਪਿੱਛੇ ਪਰਸੈਂਟ ਪਾ ਦੇਣਾ। ਮਾਸ ਬਾਏ ਵੋਲੀਅਮ ਪਰਸੈਂਟੇਜ ਦਾ ਫਾਰਮੂਲਾ ਬੱਚੇ ਕੀ ਹੁੰਦਾ ਹੈ, ਮਾਸ ਆਫ ਸਲਿਊਟ ਡਿਵਾਈਡ ਬਾਏ ਵੋਲੀਅਮ ਆਫ ਸਲਿਊਸ਼ਨ ਇਨਟੂ 100। ਹੁਣ ਆਪਾਂ ਪਿੱਛੇ ਗੱਲ ਕੀਤੀ ਸੀ ਪਦਾਰਥਾਂ ਨੂੰ ਨਿਖੇੜਨ ਦੇ ਢੰਗ। ਸਭ ਤੋਂ ਪਹਿਲਾਂ ਸਾਡੇ ਕੋਲ ਪਦਾਰਥਾਂ ਨੂੰ ਨਿਖੇੜਨ ਦਾ ਢੰਗ ਹੈ ਇਵੈਪੋਰੇਸ਼ਨ। ਇਵੈਪੋਰੇਸ਼ਨ ਜਿਸ ਨੂੰ ਆਪਾਂ ਵਾਸ਼ਪੀਕਰਨ ਕਹਿੰਦੇ ਹਾਂ। ਹੁਣ ਸਿਆਹੀ ਦੇ ਮਿਸ਼ਰਣ ਨੂੰ ਗਰਮ ਕਰਨ 'ਤੇ ਘੋਲ ਉੱਡ ਜਾਂਦਾ ਹੈ। ਕੀ ਹੁੰਦਾ ਹੈ, ਘੋਲ ਸਾਰਾ ਉੱਡ ਜਾਂਦਾ ਹੈ, ਪਿੱਛੇ ਕੀ ਰਹਿ ਜਾਂਦਾ ਹੈ, ਘੁਲਿਤ ਪਦਾਰਥ। ਅਤੇ ਸਿਆਹੀ ਦੇ ਮਿਸ਼ਰਣ ਵਿੱਚ ਘੁਲਿਤ ਪਦਾਰਥ ਕੀ ਹੁੰਦਾ ਹੈ, ਡਾਈ। ਇਸ ਤਰ੍ਹਾਂ ਅਸੀਂ ਡਾਈ ਨੂੰ ਪਾਣੀ ਤੋਂ ਵੱਖ ਕਰ ਸਕਦੇ ਹਾਂ। ਅਪਕੇਂਦਰੀਕਰਨ ਜਿਸ ਨੂੰ ਅਸੀਂ ਸੈਂਟਰੀਫਿਊਗੇਸ਼ਨ ਕਹਿੰਦੇ ਹਾਂ। ਜਦੋਂ ਮਿਸ਼ਰਣ ਨੂੰ ਤੇਜ਼ ਘੁਮਾਇਆ ਜਾਂਦਾ ਹੈ ਤਾਂ ਸੰਘਣੇ ਕਣ ਹੇਠਾਂ ਬੈਠ ਜਾਂਦੇ ਹਨ, ਪਰੰਤੂ ਹਲਕੇ ਕਣ ਉੱਪਰ ਤੈਰਨ ਲੱਗ ਜਾਂਦੇ ਹਨ। ਸੋ ਇਸ ਵਿਧੀ ਨਾਲ ਅਸੀਂ ਸੰਘਣੇ ਕਣਾਂ ਨੂੰ ਹਲਕੇ ਕਣਾਂ ਤੋਂ ਅਲੱਗ ਕਰ ਸਕਦੇ ਹਾਂ। ਇਸ ਦੀ ਐਪਲੀਕੇਸ਼ਨ ਕੀ ਹੈ ਡੇਲੀ ਲਾਈਫ ਵਿੱਚ, ਖੂਨ ਦੀ ਜਾਂਚ ਕਰਨ ਲਈ ਅਸੀਂ ਇਹ ਵਾਲਾ ਮੈਥਡ ਅਪਣਾਉਂਦੇ ਹਾਂ। ਮੱਖਣ ਕੱਢਣ ਲਈ ਯੂਜ਼ਡ ਇਨ ਵਾਸ਼ਿੰਗ ਮਸ਼ੀਨ ਡਰਾਇਰ ਟੂ ਸਕਵੀਜ਼ ਆਊਟ ਵਾਟਰ ਫਰੋਮ ਕਲੋਥ, ਮਤਲਬ ਕੱਪੜਿਆਂ ਵਿੱਚ ਮਸ਼ੀਨ ਦੀ ਵਰਤੋਂ ਨਾਲ ਪਾਣੀ ਨਿਚੋੜਨ ਲਈ ਅਸੀਂ ਅਪਕੇਂਦਰੀਕਰਨ ਵਿਧੀ ਰਾਹੀਂ ਇਹ ਤਿੰਨੋਂ ਹੀ ਐਪਲੀਕੇਸ਼ਨ ਕਰਦੇ ਹਾਂ। ਤੁਸੀਂ ਸਾਰਿਆਂ ਨੇ ਬੱਚਿਓ ਦੇਖਿਆ ਹੋਏਗਾ ਕਿ ਜਦੋਂ ਮਸ਼ੀਨ ਵਿੱਚ ਅਸੀਂ ਕੱਪੜਿਆਂ ਨੂੰ ਸੁਕਾਉਣੇ ਹੁੰਦੇ ਹਨ ਤਾਂ ਉਹਦੇ ਵਿੱਚ ਇੱਕ ਮੋਟਰ ਲੱਗੀ ਹੁੰਦੀ ਹੈ, ਉਹ ਘੁੰਮਦੀ ਹੈ, ਜ਼ੋਰ ਤੇਜ਼ ਨਾਲ ਘੁੰਮਦੀ ਹੈ, ਜਿਸ ਨਾਲ ਪਾਣੀ ਜਿਹੜਾ ਹੈ ਕੱਪੜੇ ਨੁੱਚੜ ਜਾਂਦੇ ਹਨ, ਪਾਣੀ ਬਾਹਰ ਨਿਕਲ ਜਾਂਦਾ ਹੈ। ਇੱਦਾਂ ਤੁਸੀਂ ਡੈਰੀਆਂ 'ਤੇ ਦੇਖਿਆ ਹੋਏਗਾ ਕਿ ਜਿਹੜੇ ਦੁੱਧ ਦਾ ਕੰਮ ਕਰਦੇ ਹਨ ਉਹ ਮੱਖਣ ਇਸੇ ਹੀ ਵਿਧੀ ਰਾਹੀਂ ਕੱਢਦੇ ਹਨ। ਠੀਕ ਹੈ ਜੀ। ਤੀਸਰੀ ਸਾਡੇ ਕੋਲ ਵਿਧੀ ਹੈ ਦੋ ਅਘੁਲਨਸ਼ੀਲ ਦਰਵਾਂ ਨੂੰ ਨਿਖੇੜਨਾ। ਅਘੁਲਨਸ਼ੀਲ ਦਰਵਾਂ ਨੂੰ ਨਿਖੇੜਨਾ, ਤੁਸੀਂ ਇਸ 'ਤੇ ਪ੍ਰਤੀਕਿਰਿਆ ਵੀ ਕਲਾਸ ਕਰ ਚੁੱਕੇ ਹੋ। ਦੋ ਅਘੁਲਨਸ਼ੀਲ ਦਰਵ ਨੂੰ ਨਿਖੇੜਨ ਤਕੀਫ ਦੀ ਸਹਾਇਤਾ ਨਾਲ ਅਲੱਗ ਕੀਤਾ ਜਾ ਸਕਦਾ ਹੈ, ਜਿਸ ਨੂੰ ਅਸੀਂ ਸੈਪਰੇਟਿੰਗ ਫਨਲ ਕਹਿੰਦੇ ਹਾਂ। ਜਿਵੇਂ ਸਰੋਂ ਦਾ ਤੇਲ ਪਾਣੀ ਨਾਲੋਂ ਹਲਕਾ ਹੁੰਦਾ ਹੈ ਤਾਂ ਉਹ ਪਾਣੀ ਦੇ ਉੱਪਰ ਪਰਤ ਬਣਾ ਲੈਂਦਾ ਹੈ, ਜਿਸ ਕਾਰਨ ਆਸਾਨੀ ਨਾਲ ਇਹਨਾਂ ਨੂੰ ਅਲੱਗ ਕਰ ਸਕਦੇ ਹਾਂ।
ਸੋ ਸਰੋਂ ਦਾ ਤੇਲ ਅਤੇ ਪਾਣੀ ਨੂੰ ਅਲੱਗ ਕਰਨ ਲਈ ਅਸੀਂ ਨਿਖੇੜਤ ਕੀਫ ਦੀ ਵਰਤੋਂ ਕਰਦੇ ਹਾਂ, ਮਤਲਬ ਸੈਪਰੇਟਿੰਗ ਫਨਲ ਦੀ ਵਰਤੋਂ ਕਰਦੇ ਹਾਂ। ਇਸ ਦੀ ਕਿਰਿਆ ਵੀ ਕਰ ਚੁੱਕੇ ਹੋ। ਸੋ ਇਸ ਦਾ ਉਪਯੋਗ ਆਪਾਂ ਕਿੱਥੇ ਕਰ ਸਕਦੇ ਹਾਂ? ਤੇਲ ਤੋਂ ਪਾਣੀ ਨੂੰ ਅਲੱਗ ਕਰਨ ਲਈ। ਇੱਦਾਂ ਹੀ ਐਕਸਟ੍ਰੈਕਸ਼ਨ ਆਫ ਆਇਰਨ ਫਰੋਮ ਇਟਸ ਓਰ, ਠੀਕ ਹੈ ਜੀ, ਓਰ ਤੋਂ ਲੋਹੇ ਨੂੰ ਐਕਸਟਰੈਕਟ ਕਰਨ ਲਈ ਅਸੀਂ ਇਹ ਵਾਲੀ ਨਿਖੇੜਨ ਦੀ ਵਿਧੀ ਨੂੰ ਅਪਣਾਉਂਦੇ ਹਾਂ। ਨੈਕਸਟ ਆਉਂਦਾ ਹੈ ਕ੍ਰੋਮੈਟੋਗ੍ਰਾਫੀ। ਇਸ ਵਿਧੀ ਦੀ ਵਰਤੋਂ ਉਹਨਾਂ ਘੁਲਿਤ ਪਦਾਰਥਾਂ ਨੂੰ ਨਿਖੇੜਨ ਲਈ ਕੀਤੀ ਜਾਂਦੀ ਹੈ ਜੋ ਇੱਕ ਹੀ ਕਿਸਮ ਦੇ ਘੋਲਕ ਵਿੱਚ ਘੁਲੇ ਹੁੰਦੇ ਹਨ, ਜਿਸ ਤਰ੍ਹਾਂ ਡਾਈ ਵਿੱਚੋਂ ਰੰਗਾਂ ਨੂੰ ਨਿਖੇੜਨਾ। ਕੁਦਰਤੀ ਰੰਗਾਂ ਵਿੱਚੋਂ ਵਰਨਕਾਂ ਨੂੰ ਨਿਖੇੜਨ ਲਈ ਖੂਨ ਵਿੱਚੋਂ ਨਸ਼ੀਲੇ ਪਦਾਰਥਾਂ ਨੂੰ ਨਿਖੇੜਨ ਲਈ ਅਸੀਂ ਕ੍ਰੋਮੈਟੋਗ੍ਰਾਫੀ ਦੀ ਵਰਤੋਂ ਕਰਦੇ ਹਾਂ। ਜੋਰ ਉਡਾਉਣਾ। ਇਸ ਵਿਧੀ ਦੀ ਵਰਤੋਂ ਉਹਨਾਂ ਮਿਸ਼ਰਣਾਂ ਲਈ ਕੀਤੀ ਜਾਂਦੀ ਹੈ ਜਿਸ ਵਿੱਚ ਇੱਕ ਘਟਕ ਜੋਹਰ ਉੱਡਣਯੋਗ ਹੋਵੇ। ਜੋਹਰ ਉੱਡਣਯੋਗ ਹੋਵੇ ਮਤਲਬ ਜਿਹੜਾ ਠੋਸ ਤੋਂ ਡਾਇਰੈਕਟਲੀ ਗੈਸ ਅਵਸਥਾ ਵਿੱਚ ਪਰਿਵਰਤਿਤ ਹੋ ਸਕਦਾ ਹੋਵੇ, ਬਿਨਾਂ ਦਰਵ ਅਵਸਥਾ ਵਿੱਚ ਜਾਏ। ਦ ਸਬਸਟਾਂਸ ਵਿਚ ਡਾਇਰੈਕਟਲੀ ਚੇਂਜਿਸ ਫਰੋਮ ਸੋਲਿਡ ਟੂ ਗੈਸ ਔਨ ਹੀਟਿੰਗ ਵਿਦਾਊਟ ਅੰਡਰਗੋਇੰਗ ਲਿਕੁਇਡ ਸਟੇਟ is called sublimation. That process is called sublimation. ਜਿੱਦਾਂ ਕਿ ਅਮੋਨੀਅਮ ਕਲੋਰਾਈਡ, ਕਪੂਰ, ਨੈਪਥਲੀਨ ਦੀ ਬੋਲ, ਠੀਕ ਹੈ ਬੱਚਿਓ। ਨੈਕਸਟ ਸਾਡੇ ਕੋਲ ਵਿਧੀ ਆਉਂਦੀ ਹੈ ਕਸ਼ੀਦਨ। ਦੋ ਘੁਲਣਸ਼ੀਲ ਦਰਵਾਂ ਨੂੰ ਨਿਖੇੜਨ ਲਈ ਇਸ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ। ਜਿਹੜੇ ਦੋ ਦਰਵ ਆਪਸ 'ਚ ਘੁਲਣਸ਼ੀਲ ਸੋਲੀਬਲ ਹੁੰਦੇ ਹਨ, ਠੀਕ ਹੈ ਬੱਚਿਓ, ਉਹਦੇ ਲਈ ਅਸੀਂ ਕਸ਼ੀਦਨ ਵਿਧੀ ਵਰਤਦੇ ਹਾਂ ਉਹਨੂੰ ਅਲੱਗ ਕਰਨ ਲਈ। ਦੋ ਦਰਵਾਂ ਵਿੱਚ ਇੱਕ ਦਾ ਉਪਾਲ ਦਰਜਾ ਦੂਜੇ ਤੋਂ ਘੱਟ ਹੁੰਦਾ ਹੈ, ਇੱਕ ਦਾ ਬੋਇਲਿੰਗ ਪੁਆਇੰਟ ਦੂਜੇ ਦਾ ਬੋਇਲਿੰਗ ਪੁਆਇੰਟ ਨੂੰ ਘੱਟ ਹੁੰਦਾ ਹੈ, ਠੀਕ ਹੈ ਬੱਚਿਓ। ਜਦੋਂ ਅਸੀਂ ਦੋ ਸਬਸਟਾਂਸਾਂ ਦੇ ਮਿਕਸਚਰ ਨੂੰ ਹੀਟ ਕਰਦੇ ਹਾਂ, ਜਿੱਦਾਂ ਮੰਨ ਲਓ ਐਸੀਟੋਨ ਅਤੇ ਪਾਣੀ ਨੂੰ ਜਦੋਂ ਹੀਟ ਕਰਦੇ ਹਾਂ, ਐਸੀਟੋਨ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਐਸੀਟੋਨ ਦਾ ਫਾਰਮੂਲਾ ਕੀ ਹੁੰਦਾ ਹੈ? CH3C+O3। ਜਦੋਂ ਐਸੀਟੋਨ ਅਤੇ ਪਾਣੀ ਦਾ ਮਿਸ਼ਰਣ ਲਿਆ ਜਾਂਦਾ ਹੈ, ਇਹ ਦੋਨੋਂ ਘੁਲਣਸ਼ੀਲ ਪਦਾਰਥ ਹਨ। ਵੈਨ ਮਿਕਸਚਰ ਆਫ ਐਸੀਟੋਨ ਐਂਡ ਵਾਟਰ ਇਜ਼ ਹੀਟਿਡ, ਐਸੀਟੋਨ ਦਾ ਬੋਇਲਿੰਗ ਪੁਆਇੰਟ ਘੱਟ ਹੈ, ਪਾਣੀ ਦਾ ਬੋਇਲਿੰਗ ਪੁਆਇੰਟ ਜ਼ਿਆਦਾ ਹੁੰਦਾ ਹੈ। ਇਸ ਕਰਕੇ ਐਸੀਟੋਨ ਜਲਦੀ ਵੈਪੋਰੇਟ ਹੋ ਜਾਂਦਾ ਹੈ, ਬੋਇਲ ਹੋ ਜਾਂਦਾ ਹੈ। ਸੋ ਐਸੀਟੋਨ ਇਜ਼ ਸੈਪਰੇਟਿਡ ਆਊਟ ਇਨ ਅ ਬੀਕਰ, ਵਾਟਰ ਇਜ਼ ਲੈਫਟ ਇਨ ਦਾ ਡਿਸਟਿਲੇਸ਼ਨ ਫਲਾਸਕ। ਇਸ ਤਰ੍ਹਾਂ ਅਸੀਂ ਦੋ ਘੁਲਣਸ਼ੀਲ ਪਦਾਰਥਾਂ ਨੂੰ ਕਸ਼ੀਦਨ ਵਿਧੀ ਰਾਹੀਂ ਵੱਖ-ਵੱਖ ਕਰ ਸਕਦੇ ਹਾਂ। ਨੈਕਸਟ ਸਾਡੇ ਕੋਲ ਆਉਂਦਾ ਹੈ ਕ੍ਰਿਸਟਲੀਕਰਨ, ਜਿਸ ਨੂੰ ਅਸੀਂ ਕਹਿੰਦੇ ਹਾਂ ਕ੍ਰਿਸਟਲਾਈਜੇਸ਼ਨ। ਕਿਸੇ ਮਿਸ਼ਰਣ ਵਿੱਚੋਂ ਅਸ਼ੁੱਧੀਆਂ ਵੱਖ ਕਰਨ ਲਈ ਪਹਿਲਾਂ ਉਸ ਨੂੰ ਘੋਲਕ ਵਿੱਚ ਘੋਲਿਆ ਜਾਂਦਾ ਹੈ ਅਤੇ ਫਿਰ ਉਸ ਦੇ ਰਵੇ ਬਣਾਏ ਜਾਂਦੇ ਹਨ, ਕ੍ਰਿਸਟਲ ਬਣਾਏ ਜਾਂਦੇ ਹਨ। ਫੋਰ ਐਗਜ਼ਾਮਪਲ ਕਾਪਰ ਸਲਫੇਟ, ਸਮੁੰਦਰੀ ਪਾਣੀ ਤੋਂ ਨਮਕ ਬਣਾਉਣਾ। ਇਸ ਦਾ ਉਪਯੋਗ ਸਮੁੰਦਰੀ ਪਾਣੀ ਤੋਂ ਨਮਕ ਪ੍ਰਾਪਤ ਕਰਨ ਲਈ ਕੀਤਾ ਜਾਂਦਾ ਹੈ। ਕ੍ਰਿਸਟਲੀਕਰਨ ਦਾ ਅਸ਼ੁੱਧ ਨਮੂਨੇ ਤੋਂ ਫਿਟਕੜੀ ਵੱਖ ਕਰਨ ਲਈ ਇਸ ਦਾ ਉਪਯੋਗ ਕੀਤਾ ਜਾਂਦਾ ਹੈ। ਸਾਡੇ ਆਲੇ ਦੁਆਲੇ ਦੇ ਪਰਿਵਰਤਨ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਇੱਕ ਹੈ ਭੌਤਿਕ ਪਰਿਵਰਤਨ, ਦੂਸਰਾ ਹੈ ਰਸਾਇਣਿਕ ਪਰਿਵਰਤਨ, ਜਿਸ ਨੂੰ ਅਸੀਂ ਇੰਗਲਿਸ਼ ਕਹਿੰਦੇ ਹਾਂ ਫਿਜ਼ੀਕਲ ਚੇਂਜਿਸ ਐਂਡ ਕੈਮੀਕਲ ਚੇਂਜਿਸ। ਸੋ ਜਿੱਦਾਂ ਕਿ ਸਾਨੂੰ ਪਤਾ ਹੈ, ਜਿਹੜੇ ਪਰਿਵਰਤਨਾਂ ਨੂੰ ਵਾਰ-ਵਾਰ ਬਦਲਿਆ ਜਾ ਸਕਦਾ ਹੈ ਉਸ ਨੂੰ ਭੌਤਿਕ ਪਰਿਵਰਤਨ ਕਹਿੰਦੇ ਹਾਂ। ਜਿੱਦਾਂ ਕਿ ਅਸੀਂ ਜਦੋਂ ਆਈਸ ਨੂੰ ਮੈਲਟ ਕਰਦੇ ਹਾਂ ਉਹ ਪਾਣੀ ਬਣ ਜਾਂਦਾ ਹੈ, ਪਾਣੀ ਨੂੰ ਫਰਿੱਜ 'ਚ ਰੱਖਦੇ ਹਾਂ ਫਿਰ ਉਹ ਆਈਸ ਬਣ ਜਾਂਦੀ ਹੈ, ਫਿਰ ਆਈਸ ਨੂੰ ਮੈਲਟ ਕਰਦੇ ਹਾਂ, ਆਈਸ ਨੂੰ ਫਰਿੱਜ 'ਚੋਂ ਬਾਹਰ ਕੱਢਦੇ ਹਾਂ ਫਿਰ ਉਹ ਪਾਣੀ ਬਣ ਜਾਂਦਾ ਹੈ, ਫਿਰ ਅਸੀਂ ਪਾਣੀ ਨੂੰ ਫਰਿੱਜ 'ਚ ਰੱਖਦੇ ਹਾਂ, ਫਰਿੱਜ 'ਚ ਰੱਖਦੇ ਹਾਂ, ਉਹ ਬਰਫ਼ ਬਣ ਜਾਂਦੀ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਮੈਲਟਿੰਗ ਆਫ ਆਈਸ, ਬਰਫ਼ ਦਾ ਪਿਘਲਣਾ ਇੱਕ ਭੌਤਿਕ ਪਰਿਵਰਤਨ ਹੈ। ਰਸਾਇਣਿਕ ਪਰਿਵਰਤਨ ਇਹ ਉਹ ਪਰਿਵਰਤਨ ਹੁੰਦੇ ਹਨ ਜਿਹੜੇ ਉਲਟਾਣਯੋਗ ਨਹੀਂ ਹੁੰਦੇ। ਲੱਕੜ ਦਾ ਜਲਣਾ, ਬਰਨਿੰਗ ਆਫ ਵੁੱਡ, ਇੱਕ ਰਸਾਇਣਿਕ ਪਰਿਵਰਤਨ ਹੈ। ਦੁੱਧ ਤੋਂ ਦਹੀਂ ਦਾ ਬਣਨਾ ਇੱਕ ਰਸਾਇਣਿਕ ਪਰਿਵਰਤਨ ਹੈ। ਦੁੱਧ ਨੂੰ ਗਰਮ ਕਰਨਾ ਇੱਕ ਭੌਤਿਕ ਪਰਿਵਰਤਨ ਹੈ, ਕਿਉਂਕਿ ਜਦੋਂ ਦੁੱਧ ਨੂੰ ਗਰਮ ਕਰਦੇ ਹਾਂ ਉਹ ਗਰਮ ਹੋ ਜਾਂਦਾ ਹੈ, ਫਿਰ ਉਸਨੂੰ ਆਪਾਂ ਗੈਸ ਬੰਦ ਕਰ ਦਿੰਦੇ ਹਾਂ, ਫਿਰ ਠੰਡਾ ਹੋ ਜਾਂਦਾ ਹੈ, ਫਿਰ ਉਸ ਨੂੰ ਅਸੀਂ ਗੈਸ ਚਲਾਉਂਦੇ ਹਾਂ, ਫਿਰ ਉਹ ਗਰਮ ਹੋ ਜਾਂਦਾ ਹੈ। ਇਸ ਤਰ੍ਹਾਂ ਇਹ ਉਲਟਾਣਯੋਗ ਪਰਿਵਰਤਨ ਹੈ। ਭੌਤਿਕ ਪਰਿਵਰਤਨ 'ਚ ਕੋਈ ਨਵਾਂ ਪਦਾਰਥ ਨਹੀਂ ਬਣਦਾ, ਬਟ ਰਸਾਇਣਿਕ ਪਰਿਵਰਤਨ 'ਚ ਇੱਕ ਨਵਾਂ ਪਦਾਰਥ ਵੀ ਬਣਦਾ ਹੈ। ਜਿਸ ਤਰ੍ਹਾਂ ਅਸੀਂ ਕਿਸੇ ਲੱਕੜ ਨੂੰ ਜਲਾਉਂਦੇ ਹਾਂ ਤਾਂ ਸਾਨੂੰ ਊਰਜਾ ਮਿਲਦੀ ਹੈ, ਤਾਪ ਮਿਲਦਾ ਹੈ, ਸਵਾਹ ਬਣ ਜਾਂਦੀ ਹੈ, ਐਸ਼ ਬਣ ਜਾਂਦੀ ਹੈ। ਪਰ ਜਦੋਂ ਅਸੀਂ ਬਰਫ਼ ਨੂੰ ਫਰਿੱਜ 'ਚੋਂ ਕੱਢਦੇ ਹਾਂ ਤਾਂ ਬਰਫ਼ ਤੋਂ ਪਾਣੀ ਬਣਦਾ ਹੈ, ਪਾਣੀ ਤੋਂ ਬਰਫ਼ ਬਣਦਾ ਹੈ, ਕੋਈ ਨਵਾਂ ਪਦਾਰਥ ਨਹੀਂ ਬਣਦਾ। ਸੋ ਜਿਨ੍ਹਾਂ ਪਰਿਵਰਤਨਾਂ ਵਿੱਚ ਕੋਈ ਨਵਾਂ ਪਦਾਰਥ ਦੀ ਸਿਰਜਣਾ ਹੁੰਦੀ ਹੈ ਉਹਨਾਂ ਨੂੰ ਰਸਾਇਣਿਕ ਪਰਿਵਰਤਨ ਕਿਹਾ ਜਾਂਦਾ ਹੈ। ਜਿਨ੍ਹਾਂ ਪਰਿਵਰਤਨ ਵਿੱਚ ਕੋਈ ਵੀ ਨਵਾਂ ਪਦਾਰਥ ਨਹੀਂ ਬਣਦਾ ਉਹਨਾਂ ਨੂੰ ਬੱਚਿਓ ਅਸੀਂ ਕੀ ਕਹਿੰਦੇ ਹਾਂ? ਭੌਤਿਕ ਪਰਿਵਰਤਨ। ਠੀਕ ਹੈ ਬੱਚਿਓ, ਸਾਡਾ ਅਸਾਈਨਮੈਂਟ ਦਾ ਨੈਕਸਟ ਟੌਪਿਕ ਹੈ ਸ਼ੁੱਧ ਪਦਾਰਥ। ਸ਼ੁੱਧ ਪਦਾਰਥ ਕੀ ਹੁੰਦੇ ਹਨ? ਪਿਓਰ ਸਬਸਟਾਂਸ ਕੀ ਹੁੰਦੇ ਹਨ? ਇਟ ਇਜ਼ ਅ ਸਬਸਟਾਂਸ ਵਿਚ ਇਜ਼ ਮੇਡ ਅਪ ਆਫ
ਓਨਲੀ ਵਨ ਕਾइंड ऑफ एटम, एक ही तरह के कणों तो मिल के बनया पदार्थ, जिमें सोना, चांदी, सोने का सिंबल की हुंदा है AU, चांदी का सिंबल की हुंदा है AG, इदां पानी भी एक शुद्ध पदार्थ है। ठीक है बच्चों, शुद्ध पदार्थ नूं असीं प्योर सबसटांस नूं दो कैटेगरी च वंड सकते हाँ, तत्तां विच ते यौगिक विच। तत्त अगों तीन कैटेगरी च वंडे जा सकते हैं, मैटल्स, नॉन मैटल्स ते मैटलॉइड्स। धातां, अधातां ते उपधातां। वो शुद्ध पदार्थ जो एक ही किस्म के अणुओं तो मिल के बनता है, इट इज़ अ प्योर सबसटांस विच कैन नॉट बी ब्रोकन डाउन फर्दर बाय एनी कैमिकल मीनस। फॉर एग्जाम्पल वी कैन से दैट गोल्ड, वी कैन से दैट नाइट्रोजन। बट जे असीं गल करिए धातां, अधातां ते उपधातां दी, धातां भी शुद्ध पदार्थ हैं, अधातां भी शुद्ध पदार्थ हैं, तो उपधातां भी शुद्ध पदार्थ हैं, मैटल्स, नॉन मैटल्स ते मैटलॉइड्स। शुद्ध पदार्थ की अगली कैटेगरी आती है यौगिक। जे दो या दो तो वध तत्त एक खास अनुपात में क्रिया करके नवे यौगिक का निर्माण करते हैं। उदाहरण के तौर पर पानी, पानी जिस विच पानी किद्दां बनता है बच्चों, हाइड्रोजन गैस जदों ऑक्सीजन गैस नाल मिलाई जाती है तो साडे कोल पानी बनता है। जे गल करिए इसनों बैलेंस करिए, संतुलित करिए तो हाफ ऑक्सीजन गैस की वरतों होंदी है। जे आप इसकी रेशो कढ़िए तो 1:8। जे आप हाइड्रोजन की गल करिए, हाइड्रोजन का पुंज इत्थे 2 है, 2 गुणा 1। ऑक्सीजन का पुंज इत्थे है 2 गुणा 16 32, 32 नूं 2 नाल तकसीम करिए 16 है। सो कटिंग करके साडे कोल 1:8। इसदा मतलब हाइड्रोजन ते ऑक्सीजन जदों 1:8 अनुपात विच आपस विच मिलते हैं तो एक यौगिक बनता है। इसका मतलब जदों दो तत्त एक डेफिनेट। सो बच्चों साडे अज दी असाइनमेंट का लास्ट टॉपिक साडे कोल आंदा है मिश्रण, जिसनूं असीं इंग्लिश च मिक्सचर कहते हैं। ये दो तरह के होंदे हैं, होमोजीनियस समअंगी मिश्रण ते हैट्रोजीनियस, जिसनूं असीं विखम अंगी मिश्रण कहते हैं। दो या दो तो वध शुद्ध पदार्थों को किसी भी अनुपात विच मिलाउण ते, आह वर्ड देखो बच्चों, किसी भी अनुपात, जिद्दां असीं यौगिक च गल कीती सी एक पर्टिकुलर रेशो विच, इहदे विच एनी रेशो, जदों असीं दो या दो तो वध शुद्ध पदार्थों को किसी भी अनुपात विच मिलाउंदे हां तां मिश्रण बनता है। जिद्दां उदाहरण के तौर पर रेता ते लोहे दीयां किल्लां जिन्नियां मर्जी पा लो, वो एक मिक्सचर बन जाऊगा। सो वो मिश्रण जिस विच घोलक अते घुलित एकसार दिखाई देन, उदाहरण पानी अते चीनी का घोल। बट वो मिश्रण जिस विच घोलक अते घुलित एकसार दिखाई ना देन, उदाहरण रेता अते पानी। सो जिहड़ा तां पानी ते चीनी का घोल है उसनूं असीं होमोजीनियस मिक्सचर कहते हैं, समअंगी मिश्रण कहते हैं। जिहड़ा रेता ते पानी का घोल है उसनूं असीं विखम अंगी मिश्रण जां हैट्रोजीनियस मिक्सचर आखदे हां। सो बच्चिओ आपां अज असाइनमेंट विच सिੱਖਿਆ है कि साडे आले दुआले के पदार्थ किद्दां दे हुंदे हन, वो किस तरह के पदार्थ अगों बना सकते हैं, वो किस तरह उन्होंने असी फिजिकली क्लासीफाई कर सकते हाँ, कैमिकल क्लासीफिकेशन किद्दां की जा सकती है, ਵੱਖ-ਵੱਖ तरह के परिवर्तन की गल की गई है, साडे आले दुआले के परिवर्तन की गल की गई है। सो असाइनमेंट होप करते हाँ कि तुसीं ये असाइनमेंट नूं चंगी तरह दुहराई करोगे, वीडियो नूं देख के तुसीं इसकी चंगी तरह दुहराई करोगे। तो मैं आस करदा वां कि तुसीं जदों इस वीडियो नूं चंगी तरह समझ लओगे तो तुहानूं जिहड़े इस रिलेटेड NTSC दे कोई भी पेपर च क्वेश्चन आऊगे तुसीं उस नूं कर सकते हो। धन्नवाद।